ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 206 ਤੇ ਉੱਤੋਂ 4 ਪੰਕਤੀਆਂ ਛੱਡ ਕੇ ਹੈ। ਗੌੜੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਓ ਅਵਿਨਾਸ਼ੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਏ। ਪਰਮਾਤਮਾ ਸਦਾ ਰਹਿਣ ਵਾਲਾ ਰਾਜਾ ਹੈ। ਰਾਇਆ ਰਾਜਾ, ਅਵਿਨਾਸ਼ੀ ਸਦਾ ਰਹਿਣ ਵਾਲਾ। ਪਰਮਾਤਮਾ ਸਦਾ ਰਹਿਣ ਵਾਲਾ ਹੈ। ਨਿਰਭਉ ਸੰਗ ਤੁਮਾਰੇ ਬਸਤੇ, ਪਰਮਾਤਮਾ ਹੈਗਾ ਨਿਰਭਉ। ਕਹਿੰਦੇ ਨਿਰਭਉ ਪਰਮਾਤਮਾ ਹੈ ਇਨਸਾਨ ਤੇਰੇ ਨਾਲ ਵਸਦਾ ਹੈ। ਇਹ ਡਰਨ ਕਹਾਂ ਤੇ ਹੈ। ਫਿਰ ਤੈਨੂੰ ਡਰ ਕਿੱਥੋਂ ਲੱਗ ਰਿਹਾ? ਤੂੰ ਡਰ ਕਿਉਂ ਰਿਹਾ ਹੈ? ਤੈਨੂੰ ਵਿਸ਼ਵਾਸ ਕਿਉਂ ਨਹੀਂ ਕਿ ਪਰਮਾਤਮਾ ਮੇਰੇ ਨਾਲ ਹੈ ਅਤੇ ਪਰਮਾਤਮਾ ਨਿਰਭਉ ਹੈ, ਉਹ ਸਦਾ ਰਹਿਣ ਵਾਲਾ ਹੈ, ਉਹ ਮੇਰੇ ਨਾਲ ਹੈ। ਇਹ ਨਾਲ ਤਾਂ ਹੀ ਮਹਿਸੂਸ ਹੋਵੇਗਾ ਜੇ ਬੰਦਾ ਹਰ ਵਕਤ ਸਿਮਰਨ ਕਰੇ। ਜਦੋਂ ਮਨੁੱਖ ਹਰ ਵਕਤ ਸਿਮਰਨ ਕਰਦਾ, ਇੱਕ ਸਮਾਂ ਆ ਜਾਂਦਾ ਹੈ ਕਿ ਮਨੁੱਖ ਨੂੰ ਮਹਿਸੂਸ ਹੁੰਦਾ ਹੈ ਕਿ ਉਹਦੇ ਨਾਲ ਕੋਈ ਤੁਰਿਆ ਜਾ ਰਿਹਾ ਹੈ। ਅਤੇ ਇੱਕ ਇੱਕ ਹੀ ਹੁੰਦਾ ਅਤੇ ਦੋ ਦੋ ਹੁੰਦੇ ਨੇ। ਫਿਰ ਏਕ ਮਹਿਲ ਤੂੰ ਹੂਹੇ ਅਫਾਰੋ, ਏਕ ਮਹਿਲ ਨਿਮਾਨੋ, ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ। ਇੱਕ ਮਹਿਲ, ਮਹਿਲ ਤੋਂ ਭਾਵ ਇੱਥੇ ਸਰੀਰ ਤੋਂ ਹੈ। ਏਕ ਮਹਿਲ ਤੂੰ ਹੋਏ ਅਫਾਰੋ, ਕਿਸੇ ਸਰੀਰ ਦੇ ਤੋਂ ਬੜਾ ਹੰਕਾਰੀ ਬਣਿਆ ਹੋਇਆ ਹਨ। ਏਕ ਮਹਿਲ ਨਿਮਾਨੋ, ਅਤੇ ਕਿਸੇ ਸਰੀਰ ਬੜਾ ਨਿਮਾਣਾ ਬਣਿਆ ਹੋਇਆ ਹੈ। ਭਾਵ ਕੋਈ ਬੰਦਾ ਬੜਾ ਹੰਕਾਰੀ ਹੈ, ਕੋਈ ਬੰਦਾ ਬੜਾ ਨਿਮਾਣਾ ਹੈ। ਏਕ ਮਹਿਲ ਤੂੰ ਆਪੇ ਆਪੇ, ਇੱਕ ਮਹਿਲ ਭਾਵੇਂ ਇੱਕ ਸਰੀਰ ਦੇ ਵਿੱਚ ਤੂੰ ਸਭ ਕੁਛ ਆਪ ਹੀ ਹੈ, ਤੂੰ ਸਭ ਕੁਛ ਆਪ ਹੈ। ਏਕ ਮਹਿਲ ਗਰੀਬਾਨੂ, ਅਤੇ ਇੱਕ ਸਰੀਰ ਦੇ ਵਿੱਚ ਬੜਾ ਗਰੀਬ ਹੈ, ਬੜਾ ਗਰੀਬ ਬਣਿਆ ਹੋਇਆ ਹੈ। ਬਾਣੀ ਕਹਿੰਦੀ ਹੈ ਵੀ ਜਿਹੜਾ ਹੈ ਸਾਡੇ 'ਤੇ ਪਰਮਾਤਮਾ ਬੈਠਾ ਹੋਇਆ ਹੈ। ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਬੈਠਾ ਹੋਇਆ ਹੈ। ਇਹ ਜੀਵ ਉਹੀ ਕੁਛ ਕਰ ਰਿਹਾ ਜੋ ਪਰਮਾਤਮਾ ਇਸ ਤੋਂ ਕਰਾਉਂਦਾ। ਉਂਝ ਦੇਖਣ ਨੂੰ ਐਂ ਲੱਗਦਾ ਅਸੀਂ ਆਪਣੀ ਮਰਜ਼ੀ ਕਰ ਰਹੇ ਹਾਂ, ਪਰ ਜਿਵੇਂ ਪਰਮਾਤਮਾ ਇਸ ਜੀਵ ਤੋਂ ਕਰਾਉਂਦਾ ਹੈ ਉਵੇਂ ਹੀ ਪਰਮਾਤਮਾ ਕਰਦਾ ਹੈ। ਪਰਮਾਤਮਾ ਹੀ ਅੰਦਰ ਬੈਠਾ ਹੈ। ਜੇ ਜੀਵ ਹੰਕਾਰੀ ਹੈ ਤਾਂ ਪਰਮਾਤਮਾ ਅੰਦਰ ਹੰਕਾਰੀ ਹੋ ਕੇ ਬੈਠਾ। ਜੇ ਜੀਵ ਨਿਮਾਣਾ ਹੈ ਤਾਂ ਪਰਮਾਤਮਾ ਨਿਮਾਣਾ ਹੋ ਕੇ ਅੰਦਰ ਬੈਠਾ ਹੈ। ਸਾਰੇ ਸਰੀਰਾਂ 'ਚ ਉਹੀ ਬੈਠਾ ਹੋਇਆ ਹੈ। ਏਕ ਮਹਿਲ ਤੂੰ ਪੰਡਿਤ ਬਖਤ, ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਪੰਡਿਤ ਜਿਹੜੀ ਜਾਤ ਹੈ ਉਹ ਤਾਂ ਬ੍ਰਾਹਮਣ ਹੈ, ਪੰਡਿਤ ਵਿਦਵਾਨ ਨੂੰ ਕਹਿੰਦੇ ਨੇ। ਬਖਤਾ ਹੁੰਦਾ ਲੈਕਚਰ ਕਰਨ ਵਾਲਾ, ਬੋਲਣ ਵਾਲਾ। ਇੱਕ ਸਰੀਰ ਦੇ ਵਿੱਚ ਵਿਦਵਾਨ ਬਣ ਕੇ ਬੋਲ ਰਿਹਾ ਹੈ। ਏਕ ਮਹਿਲ ਖਲ ਹੋਤਾ, ਖਲ ਖੋਤੇ ਨੂੰ ਕਹਿੰਦੇ ਨੇ, ਪਰ ਮੂਰਖ। ਅਤੇ ਕਿਸੇ ਸਰੀਰ ਤੋਂ ਮੂਰਖ ਬਣ ਕੇ ਬੈਠਾ, ਕਿਸੇ ਸਰੀਰ ਤੋਂ ਬੜਾ ਸਿਆਣਾ ਬਣ ਕੇ ਬੈਠਾ ਹੈ, ਬੜੀਆਂ ਸਿਆਣੀਆਂ ਗੱਲਾਂ ਕਰਦਾ ਹੈ। ਕਿਸੇ ਸਰੀਰ ਤੋਂ ਮੂਰਖ ਬਣ ਕੇ ਬੈਠਾ ਹੈ। ਏਕ ਮਹਿਲ ਤੋਂ ਸਭ ਕੁਝ ਗ੍ਰਾਹਜ, ਗ੍ਰਾਹਜ ਨੇ ਗ੍ਰਹਿਣ ਕਰਨਾ। ਕਿਸੇ ਸਰੀਰ 'ਤੇ ਬੈਠ ਕੇ ਸਭ ਕੁਝ ਗ੍ਰਹਿਣ ਕਰਦਾ। ਜੋ ਕੁਝ ਦਿੰਦਾ ਤੂੰ ਲੈ ਲੈਣਾ ਹੈ। ਜੋ ਕੁਛ ਵੀ ਤੈਨੂੰ ਕੋਈ ਦਿੰਦਾ ਹੈ ਤੂੰ ਉਸ ਨੂੰ ਲੈ ਲੈਂਦਾ ਹੈ। ਏਕ ਮਹਿਲ ਕਛੂ ਨਾ ਲਿਤ, ਅਤੇ ਇੱਕ ਸਰੀਰ ਤੋਂ ਬੈਠਾ ਕੁਝ ਲੈ ਹੀ ਨਹੀਂ ਰਿਹਾ। ਕੁਝ ਵੀ ਤੂੰ ਕਿਸੇ ਦਾ ਸਵੀਕਾਰ ਨਹੀਂ ਕਰ ਰਿਹਾ। ਕਾਠ ਕੀ ਪੁਤਰੀ ਕਹਾ ਕਰੇ ਬਪਰੀ, ਇਹਨੂੰ ਕਹਾਂ ਨਹੀਂ ਪੜ੍ਹਨਾ। ਕਹਾਂ ਦੇ ਦੋ ਅਰਥ ਹੁੰਦੇ ਨੇ। ਆਪ ਕਹਾਂ ਜਾ ਰਹੇ ਹੈ, ਦੂਸਰੇ ਮੇਰੀ ਕੀ ਸ਼ਕਤੀ ਹੈ ਕਿ ਮੈਂ ਕੁਝ ਆਖਾਂ। ਕੁਦਰਤ ਕਵਣ ਤੇਰੇ ਬਾਰੇ ਮੈਂ ਕੁਝ ਕਹਿ ਸਕਾਂ, ਉਹ ਕਹਾਂ। ਅਤੇ ਦੂਸਰਾ ਦਾ ਕਹਾਂ ਕਿੱਥੇ। ਕਹਾ ਮਤਲਬ ਕਹਾ ਦੇ ਦੋ ਅਰਥ ਨੇ। ਉਸਨੇ ਕਹਾ ਸੈਡ, ਦੂਸਰਾ ਤਾਂ
ਕੀ ਕਿਉਂ ਕਿਵੇਂ। ਕਾਠ ਕੀ ਪੁਤਰੀ, ਪੁਤਲੀ ਭਾਵ ਪੁਤਲੀਆਂ ਦੇ ਤਮਾਸ਼ੇ ਕਦੇ ਆਪ ਜੀ ਨੇ ਵੇਖੇ ਹੋਣੇ ਹਨ। ਮੈਂ ਤਾਂ ਇੱਕ ਵਾਰੀ ਛੋਟੇ ਹੁੰਦੇ ਵੇਖੇ, ਸਕੂਲ 'ਚ ਆਇਆ ਸਨ ਜੀ ਵਿਖਾਉਣ ਵਾਲੇ। ਕਾਠ ਹੁੰਦੀ ਲੱਕੜੀ, ਲੱਕੜੀ ਦੀ ਪੁਤਲੀ ਹੈ, ਕਹਾ ਕਰੇ ਵਪਰੀ। ਇਹ ਕੀ ਕਰ ਸਕਦੀ ਵਿਚਾਰੀ? ਲੱਕੜੀ ਦੇ ਪੁਤਲੀਆਂ ਬਣੀਆਂ ਹੋਈਆਂ ਹਨ, ਇਹ ਕਦੇ ਵਿਚਾਰੀ ਕੀ ਕਰ ਸਕਦੀ ਹੈ? ਕਹਾ ਮੈਨੇ ਇੱਥੇ ਕੀ, ਇੱਥੇ ਅਰਥ ਹੈ ਕੀ, ਇਸ ਨੂੰ ਕਹਾ ਨਹੀਂ ਪੜ੍ਹਨਾ। ਮੈਂ ਦੇਖੇ ਇੱਕ ਵਾਰੀ ਕੋਈ ਸ਼ਬਦ ਚੱਲ ਪਏ, ਫਿਰ ਦੂਜੇ ਬਿਨਾਂ ਸੋਚੇ ਸਮਝੇ ਉਸ ਦੀ ਵਰਤੋਂ ਕਰਦੇ ਰਹਿੰਦੇ ਨੇ। ਇਹ ਸੋਚਦੇ ਹੀ ਨਹੀਂ ਕਿ ਇਹਦਾ ਅਰਥ ਕੀ ਨਿਕਲੇਗਾ ਨਾ। ਇੱਕ ਨੇ ਕਹਿਤਾ, ਦੂਜੇ ਤੀਜੇ ਚੌਥਾ ਪੰਜਵਾਂ, ਈਵਨ ਕਥਾਕਾਰ ਕੀ ਹੋਰ ਕੀ, ਬਸ ਅੱਗੇ ਨਕਲ ਮਾਰਦੇ ਨੇ। ਕੋਈ ਬੈਠ ਕੇ ਵਿਚਾਰ ਨਹੀਂ ਕਰਦਾ, ਕੋਈ ਡਿਕਸ਼ਨਰੀ ਕੰਸਲਟ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ, ਜਿਵੇਂ ਸੁਣ ਲਿਆ ਅੱਗੇ ਕਿ ਉਸ ਕਰੀ ਜਾਂਦਾ। ਆਮ 99% ਲੋਕ ਇਸ ਨੂੰ ਇਹੀ ਪੜ੍ਹਨਗੇ, ਕਾਠ ਕੀ ਪੁਤਰੀ ਕਹਾਂ ਕਰੇ ਵਪਰੀ। ਉਹਨਾਂ ਨੂੰ ਪਤਾ ਹੀ ਨਹੀਂ ਕਹਾਂ ਦੇ ਅਰਥ ਕੀ ਹੁੰਦੇ ਨੇ। ਕਹਾਂ ਦੇ ਤਾਂ ਹੁੰਦੇ ਕਿੱਥੇ, ਅਤੇ ਦੂਸਰਿਆਂ ਦੇ ਕਹਾਂ ਅੱਖਾਂ। ਕਹਾਂ ਦੇ ਦੋ ਹੀ ਅਰਥ ਹੁੰਦੇ ਨੇ, ਕਿੱਥੇ ਅਤੇ ਅੱਖਾਂ। ਇੱਥੇ ਨਾ ਕਿੱਥੇ ਵਾਲੀ ਗੱਲ ਹੈ, ਨਾ ਅੱਖਾਂ ਵਾਲੀ ਗੱਲ ਹੈ। ਇੱਥੇ ਵੀ ਕੀ ਕਰ ਸਕਦੀ ਹੈ? ਜਦੋਂ ਹਿੰਦੀ ਦੀ ਡਿਕਸ਼ਨਰੀ ਵੇਖਾਂਗੇ ਫਿਰ ਪਤਾ ਲੱਗਦਾ ਵੀ ਹਾਂ ਕਹਾ ਮੈਨੇ ਕੀ ਹੁੰਦਾ ਵੀ। ਕਹਾ ਦਾ ਅਰਥ ਜਿੱਥੇ ਕਿਹਾ ਹੁੰਦਾ ਹੈ, ਉਸਨੇ ਕਿਹਾ, ਉੱਥੇ ਕਹਾ ਦਾ ਅਰਥ ਹੈ ਕੀ ਕਿਉਂ ਕਿਵੇਂ। ਉਹ ਉੱਥੇ ਡਿਕਸ਼ਨਰੀ ਦਿੱਤੇ ਹੋਏ ਹਨ। ਤਾਂ ਮੈਨੂੰ ਇੰਨਾ ਸਮਾਂ ਲੱਗ ਗਿਆ ਸੀ ਇਹ ਕਿਤਾਬ ਲਿਖਦੇ ਹੋਏ। ਇੱਕ ਇੱਕ ਸ਼ਬਦ ਨੂੰ ਵੇਖਿਆ ਗਿਆ ਵੀ ਕਿਹੜੀ ਭਾਸ਼ਾ ਦਾ ਹੈ। ਹਿੰਦੀ ਦਾ ਹੈ, ਪੰਜਾਬੀ ਦਾ ਹੈ, ਸੰਸਕ੍ਰਿਤ ਦਾ ਹੈ, ਫਾਰਸੀ ਦਾ ਹੈ, ਬ੍ਰਜ ਭਾਸ਼ਾ ਦਾ ਹੈ। ਸਾਰਾ ਡਿਕਸ਼ਨਰੀ ਕੰਸਲਟ ਕਰ ਕਰਕੇ ਫਿਰ ਉਹ ਉਚਾਰਨ ਲਿਖੇ ਗਏ। ਕਾਠ ਕੀ ਪੁਤਰੀ ਕਹਾ ਕਰੇ ਵਪਰੀ, ਖਿਲਾਵਨ ਹਾਰੋ ਜਨ। ਇਹ ਵਿਚਾਰੀ ਲੱਕੜੀ ਦੀ ਜਿਹੜੀ ਪੁਤਲੀ ਹੈ, ਇਹ ਵਿਚਾਰੀ ਕੀ ਕਰ ਸਕਦੀ ਹੈ? ਜਿਹੜਾ ਪੁਤਲੀਆਂ ਦਾ ਤਮਾਸ਼ਾ ਵਿਖਾਉਣ ਵਾਲਾ ਹੈ ਉਹ ਜਾਣਦਾ, ਉਹ ਜਾਣਦਾ ਹੈ। ਇਹਨਾਂ ਵਿਚਾਰੀ ਨੂੰ ਕੀ ਪਤਾ ਹੈ? ਜਿਵੇਂ ਉਹ ਤਾਰ ਜੀ ਖਿੱਚਦਾ ਹੈ, ਪੁਤਲੀ ਉਸ ਤਰ੍ਹਾਂ ਨੱਚਣੀ ਸ਼ੁਰੂ ਕਰ ਦਿੰਦੀ। ਜੋ ਗੁਰਬਾਣੀ ਪਰ ਡੋਰੀ ਹੱਥ ਤੁਮਾਰੇ, ਉਹ ਆਹੀ ਮਤਲਬ ਹੈ ਵੀ ਸਾਡੇ ਬਸ ਕੁਛ ਨਹੀਂ, ਸਾਡੇ ਜੀਵਨ ਦੀ ਡੋਰ ਤੇਰੇ ਹੱਥ 'ਚ ਹੈ। ਜਿਵੇਂ ਡੋਰ ਤੁਹਾਡੇ ਕੋਲ, ਤੁਹਾਡੀ ਮਰਜ਼ੀ ਹੈ, ਪਤੰਗ ਨੂੰ ਉੱਚਾ ਕਰ ਲਓ, ਪਤੰਗ ਨੂੰ ਨੀਵਾਂ ਕਰ ਲਓ, ਧਰਤੀ ਤੋਂ ਉਤਾਰ ਲਓ, ਕਿਉਂਕਿ ਤੁਹਾਡੇ ਹੱਥ 'ਚ ਡੋਰ। ਸਾਡੀ ਡੋਰ, ਅਸੀਂ ਪੁਤਲੀਆਂ ਹਾਂ, ਸਾਡੀ ਡੋਰ ਪਰਮਾਤਮਾ ਦੇ ਹੱਥ ਵਿੱਚ ਹੈ। ਉਹ ਜਿਵੇਂ ਸਾਨੂੰ ਨਚਾਉਂਦਾ ਉਵੇਂ ਅਸੀਂ ਨੱਚਦੇ ਹਾਂ, ਜੋ ਸਾਡੇ ਤੋਂ ਕਰਾਉਂਦਾ ਉਵੇਂ ਅਸੀਂ ਕਰਦੇ ਹਾਂ। ਕਾਠ ਕੀ ਪੁਤਰੀ ਕਹਾ ਕਰੇ ਵਪਰੀ, ਖਿਲਾਵਨ ਹਾਰੋ ਜਨ। ਜੈਸਾ ਭੇਖ ਕਰਾਵੇ ਬਾਜ਼ੀਗਰ। ਬਾਜ਼ੀ ਹੁੰਦਾ, ਪਹਿਲਾਂ ਪੁਰਾਣੇ ਜ਼ਮਾਨੇ 'ਚ ਬਾਜ਼ੀਗਰ ਜਿਹੜੇ ਸਨ ਉਹ ਬਾਜ਼ੀਆਂ ਲਾਇਆ ਕਰਦੇ ਸਨ, ਜਿਹੜਾ ਟੱਪਦੇ ਹੁੰਦੇ ਸਨ, ਛਾਲਾਂ ਮਾਰਦੇ ਹੁੰਦੇ ਸਨ, ਉਚਾਈ ਤੋਂ ਵੀ ਹੋਰਾਂ ਤੋਂ ਵੀ। ਉਹ ਜਿਹੜਾ ਹੈ ਆਪਣੀ ਕਲਾ ਵਿਖਾਉਂਦੇ ਸਨ। ਕੋਈ ਜਿਹੜਾ ਹੈ ਰੱਸੀ ਦੇ ਉੱਤੇ ਤੁਰਿਆ ਹੈ, ਕੋਈ ਜਿਹੜਾ ਇੱਕ ਪੈਰ ਲੱਤ 'ਤੇ ਤੁਰਿਆ ਹੈ, ਇਸ ਤਰ੍ਹਾਂ ਦਿਖਾਉਂਦੇ ਹੁੰਦੇ ਸਨ। ਇਹ ਬਾਜ਼ੀਗਰ ਹੁੰਦੇ ਨੇ। ਜੈਸਾ ਭੇਖ ਕਰਾਵੇ ਬਾਜ਼ੀਗਰ, ਇੱਥੇ ਬਾਜ਼ੀਗਰ ਪਰਮਾਤਮਾ ਤੋਂ ਭਾਵ ਹੈ। ਹੁਣ ਐਕਚੁਅਲੀ ਸਾਡਾ ਭੇਖ ਹੈ, ਅਸੀਂ ਤਾਂ ਆਤਮਾ ਹਾਂ। ਕਿਸੇ ਨੂੰ ਮਨੁੱਖਾ ਸਰੀਰ ਪੁੱਤ ਹੈ, ਕਿਸੇ ਨੂੰ ਭਾਈ ਪਸ਼ੂ ਵਾਲਾ ਪੁੱਤ, ਕਿਸੇ ਨੂੰ ਜਨ ਪੰਛੀਆਂ ਵਾਲਾ ਪੁੱਤ ਹੈ। ਜਿਹੋ ਜਿਹਾ ਭੇਖ ਕਰਾਉਂਦਾ, ਜੈਸਾ ਭੇਖ ਕਰਾਵੇ ਬਾਜ਼ੀਗਰ, ਪਰਮਾਤਮਾ ਬਾਜ਼ੀਗਰ ਜਿਹੋ ਜਿਹਾ ਭੇਖ ਇਹਨਾਂ ਪੁਤਲੀਆਂ ਤੋਂ ਕਰਵਾਉਂਦਾ ਹੈ, ਉਹ ਤੈਸੋ ਹੀ ਸਾਜ ਅੰਨ, ਉਹੋ ਜਿਹਾ ਵਿਚਾਰਾ ਭੇਖ ਕਰਦਾ। ਜਿਹੋ ਜਿਹਾ ਭੇਖ ਪਰਮਾਤਮਾ ਕਿਸੇ ਤੋਂ ਕਰਾਉਂਦਾ, ਉਸ ਤਰ੍ਹਾਂ ਦਾ ਹੀ ਉਹ ਕਰਦਾ, ਉਸ ਤਰ੍ਹਾਂ ਦਾ ਉਹਨੂੰ ਬਣਾਉਂਦਾ। ਅਨੇਕ ਬਹੁਵਚਨ ਹੈ। ਹੁਣ ਕੋਠਰੀ ਨਹੀਂ ਹੋ ਸਕਦਾ, ਕੋਠਰੀ, ਰਾਰਣ ਬਿਹਾਰੀ ਬਿੰਦੀ ਲਾ ਕੇ ਕੋਠਰੀ ਦਾ ਬਹੁਵਚਨ ਹੋ ਗਿਆ। ਜਿਵੇਂ ਸੰਤੀ, ਤਤਨ ਪਿਆਰੀ ਬਿੰਦੀ, ਸੰਤਾਂ ਨੇ। ਅਨੇਕ ਕੋਠਰੀ ਬਹੁਤ ਭਾਂਤ ਕਰੀਆਂ, ਆਪ ਹੋਆ ਰਖਵਾਰ। ਪਰਮਾਤਮਾ ਨੇ ਅਨੇਕਾਂ ਪ੍ਰਕਾਰ ਦੀ ਸਾਡੀ ਕੋਠੜੀ ਭਾਵ ਸਾਡੇ ਸਰੀਰ ਬਣਾਏ ਹੋਏ ਨੇ।
ਭਾਂਤ ਕਰੀ ਭਾਂਤ ਭਾਂਤ ਦੇ। ਪਰਮਾਤਮਾ ਨੇ ਅਨੇਕਾਂ ਹੀ ਸਰੀਰ ਬਣਾਏ ਨੇ, ਭਾਂਤ ਭਾਂਤ ਦੇ ਬਣਾਏ ਹੋਏ ਹਨ। ਆਪ ਹੋਆ ਰਖਵਾਰਾ ਤੇ ਆਪ ਸਾਰੇ ਸਰੀਰ ਅੰਦਰ ਰਖਵਾਲਾ ਹੋ ਗਿਆ ਹੈ। ਜੈਸੇ ਮਹਿਲ ਰਾਖੈ ਤੈਸੇ ਰਹਿਣਾ, ਕਿਆ ਇਹ ਕਰੇ ਵਿਚਾਰ। ਹੁਣ ਜਿਹੋ ਜਿਹੇ ਸਰੀਰ 'ਚ ਪਰਮਾਤਮਾ ਇਸ ਜੀਵ ਆਤਮਾ ਨੂੰ ਰੱਖਦਾ ਹੈ, ਉਸੇ ਸਰੀਰ 'ਚ ਜੀਵ ਆਤਮਾ ਰਹਿੰਦੀ ਹੈ। ਇਹ ਜੀਵ ਆਤਮਾ ਵਿਚਾਰੀ ਕੀ ਕਰ ਸਕਦੀ? ਇਹ ਮਨੁੱਖ ਕੀ ਕਰ ਸਕਦਾ ਹੈ? ਇਹ ਜੀਵ ਕੀ ਕਰ ਸਕਦਾ? ਜਿਹੋ ਜਿਹੇ ਸਰੀਰ ਵਿੱਚ ਪਰਮਾਤਮਾ ਰੱਖਦਾ ਹੈ, ਉਹੇ ਜਿਹੇ ਰਹਿੰਦਾ। ਹੁਣ ਪਰਮਾਤਮਾ ਨੇ ਸਰੀਰ ਬਣਾਦਾ ਲਗੜਾ ਲੂਲਾ, ਉਹ 'ਚ ਰਹਿ ਰਿਹਾ ਵੀ ਕੀ ਕਰੇ ਵੀ। ਕਿਸੇ ਨੂੰ ਗਧੇ ਵਾਲਾ ਸਰੀਰ ਦਿੱਤਾ, ਕਿਸੇ ਨੂੰ ਘੋੜਿਆਂ ਵਾਲਾ ਦਿੱਤਾ, ਕਿਸੇ ਨੂੰ ਬੰਦਿਆਂ ਦਾ ਦਿੱਤਾ, ਕਿਸੇ ਨੂੰ ਕਿਸੇ ਦਾ ਦਿੱਤਾ। ਜਿਹੋ ਜਿਹੇ ਸਰੀਰ 'ਚ ਪਰਮਾਤਮਾ ਰੱਖਦਾ ਹੈ, ਉਸੇ ਸਰੀਰ 'ਚ ਹੀ ਰਹਿਣਾ ਪੈਂਦਾ ਹੈ। ਇਹ ਜੀਵ ਦਾ ਆਪਣਾ ਕੋਈ ਵਸ ਨਹੀਂ ਚੱਲਦਾ। ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਵਿਦ ਸਾਜੀ। ਜਿਹਨੇ ਕੀਤਾ ਹੈ, ਜਿਹਨੇ ਇਹ ਸਾਰੀ ਰਚਨਾ ਬਣਾਈ ਹੈ, ਜਿਹਨੇ ਸਾਰੇ ਸਰੀਰ ਬਣਾਏ ਨੇ, ਉਹੀ ਜਾਣਦਾ ਹੈ। ਕਿਉਂ ਬਣਾਏ ਨੇ, ਕਿਵੇਂ ਬਣਾਏ ਨੇ, ਉਹ ਉਹੀ ਜਾਣਦਾ। ਕਹ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਜੱਜਨ ਬਿਹਾਰੀ ਬਿੰਦੇ। ਕਾਜ ਹੁੰਦਾ ਕੰਮ, ਕਾਜੀ। ਜੇ ਕਾਜੀ ਪੜੋਗੇ ਤਾਂ ਕੰਮ ਕਰਨ ਵਾਲਾ ਹੋ ਜਾਏਗਾ। ਕਾਜੀ ਕੰਮਾਂ ਦਾ। ਕਹੋ ਨਾਨਕ ਅਪਰੰਪਰ ਸੁਆਮੀ। ਪਰਮਾਤਮਾ ਪਰੇ ਤੋਂ ਪਰੇ ਹੈ, ਉਹ ਪਰੇ ਤੋਂ ਪਰੇ ਹੈ, ਉਹਦਾ ਕੋਈ ਅੰਤ ਹੀ ਨਹੀਂ ਹੈ, ਉਹ ਬੇਅੰਤ ਹੈ। ਉਹ ਆਪਣੇ ਕੰਮਾਂ ਦੀ ਕੀਮਤ ਆਪ ਜਾਣਦਾ। ਕਾਜੀ ਕੰਮਾਂ ਦੀ, ਆਪਣੇ ਕੰਮਾਂ ਦੀ ਕੀਮਤ ਉਹ ਆਪ ਜਾਣਦਾ ਹੈ। ਸੋ ਪੜ੍ਹਨ ਵੇਲੇ ਖਿਆਲ ਰੱਖਣਾ, ਇਹਨੂੰ ਕਾਜੀ ਨਹੀਂ ਪੜ੍ਹ ਦੇਣਾ, ਆਪਣੇ ਕਾਜੀ, ਆਪਣੇ ਕੰਮਾਂ ਦੀ। ਗੌੜੀ ਘਰ ਤੀਜਾ ਮਹਿਲਾ ਪੰਜਵਾਂ। ਛੋੜ ਛੋੜ ਰੇ ਬਿਖੁਆ ਕੇ ਰਸੂਆ, ਉਰਜ ਰਿਓ ਰੇ ਬਾਬਰ ਗਾਵਰ, ਕਿਉਂ ਕਿਰਖੈ ਹਰਿਆਓ ਪਸ਼ੂਆ। ਬਿਖੁਆ ਕੇ ਰਸੂਆ, ਵਿਸ਼ੇ ਵਿਕਾਰਾਂ ਦੇ ਰਸ। ਬਿਖ ਜ਼ਹਿਰ ਹੁੰਦੀ, ਬਿਖ ਨੂੰ ਮਾਇਆ ਵੀ ਕਿਹਾ ਗਿਆ ਹੈ। ਬਿਖ ਵਿਸ਼ੇ ਵਿਕਾਰ ਵੀ ਹੁੰਦੇ, ਜਿਹੜੇ ਬੁਰਾਈਆਂ ਨੇ। ਵਿਸ਼ੇ ਵਿਕਾਰਾਂ ਦਾ ਆਪਣਾ ਰਸ ਹੈ। ਦੇਖੋ, ਨਹੀਂ ਤਾਂ ਭੈੜੇ ਪਾਸੇ ਲੱਗੇ ਹੀ ਨਾ ਬੰਦਾ। ਕਿਸੇ ਵੀ ਬੁਰਾਈ ਦਾ ਆਪਣਾ ਹੀ ਇੱਕ ਰਸ ਹੈ। ਚੋਰ ਨੂੰ ਹੈ, ਉਹ ਹਾਲਾਂਕਿ ਚੋਰੀ ਕਰਨਾ ਮਾੜੀ, ਪਰ ਉਹਨੂੰ ਬੜੀ ਚੰਗੀ ਲੱਗਦੀ ਹੈ, ਚਸਕਾ ਹੈ। ਇਹ ਵੀ ਇੱਕ ਚਸਕਾ ਹੈ ਚੋਰੀ ਦਾ ਵੀ। ਕੁੱਟ ਵੀ ਖਾ ਜਾਂਦਾ, ਚੋਰੀ ਵੀ ਕਰੀ ਜਾਂਦਾ। ਅਤੇ ਕਈ ਤਾਂ ਇਹਨੇ ਪਹਿਲਾਂ ਤਾਂ ਨਾ ਕੋਈ ਟਾਰਚਰ ਕਰਨ ਦੇ ਬਹੁਤ ਢੰਗ ਨਹੀਂ ਸੁਣਾਉਂਦੇ, ਛਿੱਤਰਾਂ ਨਾਲ ਕੁੱਟਦੇ ਹੁੰਦੇ ਸਨ। 3-3 ਫੁੱਟ ਲੰਮੇ ਛਿੱਤਰ ਹੁੰਦੇ ਸਨ। ਉਹਨੂੰ ਗਿੱਲਿਆਂ ਕਰਕੇ ਤਸਲ ਬੱਠਲ 'ਚ ਪਾਣੀ ਪਾਇਆ ਹੁੰਦਾ ਸੀ। ਉਹਨੂੰ ਕਈਆਂ ਦੇ ਪੁੱਠਾ ਲਟਕਾਇਆ ਹੁੰਦਾ ਦੇਖਿਆ ਮੈਂ। ਜੇ ਸਕੂਲ 'ਚ ਆਪਣੇ ਨਾਲ ਹੀ ਥਾਣਾ ਹੁੰਦਾ ਸੀ, ਥਾਣੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਗੁਰਦੁਆਰਾ ਬਣਿਆ ਹੋਇਆ ਸੀ। ਅਸੀਂ ਸੰਗਰਾਂਦ ਨੂੰ ਸਾਨੂੰ ਸੀ ਵੀ ਚਲੋ ਬੱਚੇ ਆ ਕੇ ਦੇਖ ਲੈ ਲਿਆ ਕਰਨ, ਹੋਰ ਗੁਰਦੁਆਰੇ ਹੋਰ ਤਾਂ ਕੋਈ ਜਾਂਦਾ ਨਹੀਂ ਸੀ, ਭਾਈ ਕਿਹਨੂੰ ਦੇਖ ਦੇਵੇ। ਉਹਨੇ ਪ੍ਰਿੰਸੀਪਲ ਨੂੰ ਆ ਕੇ ਬੇਨਤੀ ਕੀਤੀ ਵੀ ਸੰਗਰਾਂਦ ਨੂੰ ਕੋਈ 2-4 ਜਮਾਤਾਂ ਭੇਜ ਦਿਆ ਕਰੋ ਜੀ, ਦੇਖ ਲੈ ਜਾ ਕਰ। ਉਹ ਇੱਕ ਵਾਰੀ ਉਹਨਾਂ ਨੂੰ ਖਿਆਲ ਨਾ ਰਿਹਾ ਵੀ ਬੱਚੇ ਆ ਰਹੇ ਨੇ, ਅਸੀਂ ਕੁੱਟਣੋਂ ਹਟ ਜਾਈਏ। ਇੱਕ ਨੂੰ ਪੁੱਠਾ ਟੰਗਿਆ ਹੋਇਆ ਦਰਖਤ ਨਾਲ, ਉਹਦੀ ਲੱਤਾਂ ਬੰਨੀ ਹੇਠ ਲਟਕਾ ਰੱਖਿਆ ਉਸਨੂੰ, ਅਤੇ ਉਦੋਂ ਉਹ ਛਿੱਤਰਾਂ ਨਾਲ 3-3 ਫੁੱਟ ਲੰਮੇ ਚਮੜੇ 'ਚ ਛਿੱਤਰ ਸਨ, ਉਹਦੇ ਨਾਲ ਕੁੱਟ ਰਹੇ ਸਨ। ਉਹ ਥਾਣੇਦਾਰ ਨੂੰ ਗਾਲਾਂ ਹੀ ਕੱਢੀ ਜਾਂਦਾ ਜੀ। ਉਹ ਨਾਲ ਕੁੱਟ ਖਾਏ, ਨਾਲ ਥਾਣੇਦਾਰ ਨੂੰ ਗੰਦੀਆਂ ਗਾਲਾਂ ਕੱਢੀ ਜਾਂਦਾ ਹੈ। ਚਲੋ ਉਹ ਦੇਖਿਆ ਬੱਚੇ ਆ ਗਏ ਨੇ, ਉਹਨੂੰ ਕੁੱਟਣੋਂ ਤਾਂ ਹਟ ਗਿਆ, ਜੇ ਲਟਕਾ ਹੀ ਰੱਖਿਆ ਉਸਨੇ। ਸੋ ਇਹ ਵੀ ਇੱਕ ਚਸਕ ਹੈ। ਕਾਸੇ ਦਾ ਵੀ ਆਦਤ ਜੀ ਪੈ ਜੇ, ਉਹ ਫਿਰ ਬੜੀ ਔਖੀ ਹੁੰਦੀ ਛੱਡਣੀ। ਉਹ ਕਿਹਾ ਤਾਂ ਹੈ ਵਿਚਾਰੇ, ਕਹਿੰਦੇ ਤਾਂ ਗੁਰੂ ਮਹਾਰਾਜ ਛੋੜ ਛੋੜ ਰੇ ਬਿਖਾ ਕੇ ਰਸੂਆ। ਰਸੂਆ ਮੈਨੇ ਰਸ, ਇਹ ਤੂੰ ਵਿਸ਼ੇ ਵਿਕਾਰਾਂ ਦੇ ਰਸ ਛੱਡ ਦੇ। ਆ ਬੁਰਾਈਆਂ ਜਿਹੜਾ ਤੈਨੂੰ ਰਸ ਆ ਰਿਹਾ ਨਾ, ਇਹ ਛੱਡ ਦੇ ਤੂੰ। ਉਰਜ ਰਿਓ ਰੇ ਬਾਵਰ ਗਾਵਰ। ਬਾਵਰ ਮੈਨੇ ਕਮਲੇ ਨੂੰ ਕਹਿੰਦੇ ਨੇ, ਗਾਵਰ ਮੂਰਖ ਨੂੰ ਕਹਿੰਦੇ ਨੇ।
ਜਿਉਂ ਕਿਰਖ ਹੈ, ਕਿਰਖ ਫਸਲ ਨੂੰ ਕਹਿੰਦੇ ਨੇ, ਹਰਿਆਓ ਹਰਿਆਵਲੀ ਨੂੰ ਕਹਿੰਦੇ, ਹਰੀ ਫਸਲ ਨੂੰ ਕਹਿੰਦੇ। ਜਿਵੇਂ ਪਸ਼ੂ ਹਰੀ ਹਰੀ ਫਸਲ ਖਾਂਦਾ ਹੈ, ਇਸ ਤਰ੍ਹਾਂ ਹੇ ਕਮਲਿਆ, ਹੇ ਮੂਰਖ, ਤੂੰ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਲੱਗਾ ਹੋਇਆ, ਇਹਨਾਂ 'ਚ ਉਲਝਿਆ ਹੋਇਆ। ਡੰਗਰ ਨੂੰ ਤੁਸੀਂ ਡਾਂਗ ਲੈ ਕੇ ਹਟਾਓ ਵੀ, ਉਹ ਮੈਂ ਦੇਖਿਆ ਜਾਂਦਾ ਜਾਂਦਾ 2-4 ਬੁਰਕ ਮਾਰ ਹੀ ਲੈਂਦਾ, ਉਹ ਭੱਜਦਾ ਹੋਇਆ। ਸੋ ਇਸ ਤਰ੍ਹਾਂ ਇਹ ਬੰਦੇ ਦੀ ਬਸ ਇਹ ਵੀ ਆਦਤ ਪੈ ਗਈ। ਸਮਝਾਉਂਦੇ ਨੇ ਭਾਈ ਇਹ ਵਿਸ਼ੇ ਵਿਕਾਰ ਦੇ ਰਸ ਛੱਡ, ਤੂੰ ਤਾਂ ਕਹਿੰਦਾ ਉਹ ਪਸ਼ੂ ਹੈ ਜਿਹੜੇ ਹਰੇ ਹਰੇ ਪੱਠੇ ਖਾਂਦਾ, ਤੂੰ ਤਾਂ ਉਹਦੇ ਵਾਂਗੂ ਹੈ। ਤੂੰ ਕਮਲਾ ਇਹਨਾਂ ਵਿਸ਼ੇ ਵਿਕਾਰ ਦੇ 'ਚ ਹੀ ਲੱਗਿਆ ਹੋਇਆ ਹੈ, ਤੂੰ ਕਮਲਾ ਹੈ, ਤੂੰ ਮੂਰਖ ਹੈ। ਜੋ ਜਾਣੈ ਤੂੰ ਆਪਣੇ ਕਾਜੈ, ਸੋ ਸੰਗ ਨਾ ਚਾਲੈ ਤੇਰਾ ਤਸੂਆ। ਤਸੂਆ ਦਾ ਰਤੀ ਭਰ ਵੀ, ਜਿਨ੍ਹਾਂ ਚੀਜ਼ਾਂ ਨੂੰ ਤੂੰ ਆਪਣੇ ਕੰਮ ਦੀਆਂ ਸਮਝਦੇ ਨਾ, ਉਹਨਾਂ 'ਚ ਤੇਰੇ ਨਾਲ ਰਤੀ ਭਰ ਵੀ ਨਾਲ ਨਹੀਂ ਜਾਣਾ। ਕੋਈ ਚੀਜ਼ ਤੇਰੇ ਨਾਲ ਨਹੀਂ ਜਾਣੀ ਜਿੰਨਾ ਤੂੰ ਕੰਮ ਦੀਆਂ ਸਮਝੀ ਬੈਠਾ। ਨਾਲ ਤਾਂ ਸਿਰਫ ਸਾਡੇ ਕਰਮ ਜਾਣੇ ਨੇ। ਭਜਨ ਬੰਦਗੀ ਵੀ ਇੱਕ ਕਰਮ ਹੈ, ਅਤੇ ਮਾੜੇ ਕੰਮ ਵੀ ਕਰਮ ਹੈ। ਜੋ ਅਸੀਂ ਕਰਮ ਕਰਦੇ ਹਾਂ ਚੰਗੇ ਜਿਹੇ ਬੰਦੇ, ਇਹ ਸਾਡੇ ਨਾਲ ਜਾਣ, ਬਾਕੀ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਪਰ ਪਤਾ ਹੋਣ ਦੇ ਬਾਵਜੂਦ ਹੀ ਫਿਰ ਹੀ ਮਨੁੱਖ ਇਕੱਠਾ ਕਰਨ 'ਤੇ ਲੱਗਾ ਹੋਇਆ ਹੈ। ਇਹਨਾਂ ਦੇ ਸਾਰਿਆਂ ਨੂੰ ਗਿਆਨ ਵੀ ਨਾਲ ਕੁਛ ਨਹੀਂ ਜਾਣਾ, ਨਾਲ ਕੁਛ ਨਹੀਂ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਟਲੀ ਦੀ ਰਾਜਧਾਨੀ ਰੋਮ ਦੇ ਵਿੱਚ ਗਏ, ਉੱਥੇ ਕਰੂਨ ਬਾਦਸ਼ਾਹ, ਹਮੀਦ ਕਰੂਨ ਉਹਦਾ ਨਾਂ ਸੀ, ਮੁਸਲਮਾਨ ਬਾਦਸ਼ਾਹ ਸੀ ਹਮੀਦ ਕਰੂਨ, ਜਿਹਨੂੰ ਕਾਰੂ ਬਾਦਸ਼ਾਹ ਕਹਿੰਦੇ, ਕਾਰੂ ਬਾਦਸ਼ਾਹ। ਉਹ ਉੱਥੇ ਸੀ, ਉਹ ਬੜਾ ਕੰਜੂਸ ਸੀ, ਉਹ ਬੜਾ ਟੈਕਸ ਲਾ ਕੇ ਪੈਸੇ ਇਕੱਠੇ ਕਰਦਾ ਰਹਿੰਦਾ ਸੀ। ਇੱਥੋਂ ਤੱਕ ਕਿ ਉਹਨੂੰ ਪਤਾ ਲੱਗਾ ਕਿ ਜੇ ਲੋਕ ਨੇ ਜਦੋਂ ਮੁਰਦਾ ਬੰਦਾ ਮਰਦਾ ਹੈ, ਉਹਨੂੰ ਜੋ ਦੱਬਦੇ ਨਾ, ਉਹਦੇ ਮੂੰਹ 'ਚ 1 ਰੁਪਈਆ ਪਾ ਕੇ ਦੱਬਦੇ ਹਨ। ਉਹਨੂੰ ਪਤਾ ਲੱਗ ਗਿਆ। ਉਹਨੇ ਹੁਕਮ ਕਰਤਾ ਸਾਰੀਆਂ ਕਬਰਾਂ ਪੱਟ ਲਓ। ਸਾਰੀ ਕਬਰਾਂ ਪੱਟ ਲਈਆਂ, ਜਿਹੜਾ 1-1 ਰੁਪਈਆ ਸੀ ਮੂੰਹ 'ਚ ਉਹ ਕੱਢ ਲਿਆ, ਮੁੜ ਕੇ ਮੁਰਦੇ ਦੱਬਤੇ। ਉਹਨੇ ਸੋਚਿਆ ਵੀ ਹੁਣ ਕਿਸੇ ਕੋਲ ਰੁਪਈਆ ਨਹੀਂ ਰਿਹਾ। ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਸੀ। ਕਹਿੰਦਾ ਵੀ ਜਿਹੜਾ 1 ਰੁਪਈਆ ਲੈ ਕੇ ਆਵੇਗਾ ਉਸ ਨਾਲ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਾਂਗਾ। ਇੱਕ ਲੜਕੇ ਦੇ ਮਨ 'ਚ ਹੈ ਮੈਂ ਰਾਜਕੁਮਾਰੀ ਨਾਲ ਸ਼ਾਦੀ ਕਰਾਵਾਂ। ਆਪਣੀ ਮਾਂ ਨੂੰ ਕਹਿੰਦਾ ਮੈਨੂੰ 1 ਰੁਪਈਆ ਦੇ। ਉਹ ਕਹਿੰਦੇ ਕਿੱਥੇ, ਕਿਸੇ ਕੋਲ ਰੁਪਈਆ ਰਹਿਣ ਨਹੀਂ ਦਿੱਤਾ ਰਾਜੇ ਨੇ। ਕਿ ਨਾ ਮੈਨੂੰ ਤਾਂ ਦੇ। ਉਹ ਰਿੜ ਕਰੀ ਗਿਆ। ਉਹ ਮਾਂ ਨੂੰ ਪਤਾ ਸੀ ਵੀ ਜਿਹੜਾ ਇਹਦਾ ਬਾਪ ਹੈ ਇਹਦੀ ਕਬਰ ਨਹੀਂ ਅਜੇ ਪੁੱਟੀ ਗਈ। ਕਹੇ ਜੀ ਭਾਈ ਤੇਰੇ ਬਹੁਤ ਆਪਣੇ ਬਾਪ ਦੀ ਕਬਰ ਪੁੱਟ ਲੈ, ਉਹਦੇ ਮੂੰਹ 'ਚ ਰੁਪਈਆ ਕੱਢ ਲੈ। ਚਲੋ ਉਹ ਰੁਪਈਆ ਕੱਢ ਕੇ ਨਹਾ ਧੋ ਕੇ ਧੋਤੇ ਕੱਪੜੇ ਪਾ ਕੇ ਮਹਿਲਾਂ ਚਲੇ ਗਏ। ਜਿਹੜਾ ਦਰਬਾਨ ਸੀ ਅੱਗੇ ਪਹਿਰੇਦਾਰ, ਉਹਨੂੰ ਕਹਿੰਦਾ ਮੈਂ 1 ਰੁਪਈਆ ਲੈ ਕੇ ਆਇਆ, ਮੈਂ ਰਾਜਕੁਮਾਰੀ ਨਾਲ ਸ਼ਾਦੀ ਕਰਾਉਣੀ। ਉਹਨੇ ਜਾ ਕੇ ਅੰਦਰ ਰਾਜੇ ਨੂੰ ਦੱਸਿਆ ਵੀ ਇੱਕ ਲੜਕਾ ਲੈ ਗਿਆ 1 ਰੁਪਈਆ। ਉਹਨੇ ਸੱਦ ਲਿਆ, ਕਹਿ ਤੈਨੂੰ ਰੁਪਈਆ ਕਿੱਥੋਂ ਮਿਲਿਆ? ਉਹਨੇ ਦੱਸਿਆ ਵੀ ਇਸ ਤਰ੍ਹਾਂ। ਕਹਿੰਦਾ ਅੱਛਾ, ਫਿਰ ਔਡਰ ਕਰਤੇ ਕੋਈ ਦੇਖੋ ਮੁਰਦਾ ਰਹਿ ਤਾਂ ਨਹੀਂ ਗਿਆ, ਜੇ ਕੋਈ ਅਜੇ ਵੀ ਦੱਬਿਆ ਰਹਿ ਗਿਆ ਉਹ ਕੱਢ ਲਓ ਜੇ ਮੂੰਹ 'ਚ ਪੈਸਾ। ਚਲੋ ਵਿਆਹੁਣਾ ਦਾ ਕਿੰਨੇ ਸੀ ਉਹਦਾ, ਉਹ ਰੁਪਈਆ ਵੀ ਖੋਹ ਲਿਆ। ਇਹੋ ਜਿਹਾ ਹਾਲ ਸੀ ਇਟਲੀ ਦਾ ਗੁਰੂ ਨਾਨਕ ਦੇਵ ਜੀ ਵੇਲੇ। ਅਤੇ ਜੇ ਗੁਰੂ ਨਾਨਕ ਦੇਵ ਇੱਥੇ ਗਏ ਤਾਂ ਦੇਖਿਆ ਬੜੀ ਗਰੀਬੀ ਹੈ। ਲੋਕਾਂ ਦੇ ਕੱਚੇ ਘਰ ਨੇ, ਸੜੇ ਜਿਹੇ ਕੱਪੜੇ ਲੋਕਾਂ ਨੇ ਪਾਏ ਨੇ, ਬਹੁਤ ਗਰੀਬੀ ਵੈਸੇ ਹੀ ਪਤਾ ਲੱਗ ਜਾਂਦਾ। ਗੁਰੂ ਮਹਾਰਾਜ ਨੇ ਪੁੱਛਿਆ ਵੀ ਤੁਸੀਂ ਇੰਨੇ ਗਰੀਬ ਕਿਉਂ ਲੋਕਾਂ ਨੂੰ? ਉਹ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਆਹ ਗੱਲ ਹੈ ਜੀ। ਕਿਹਾ ਚਲੋ ਕੋਈ ਨਹੀਂ, ਮੈਂ ਕਰਦਾ, ਠੀਕ ਹੈ ਰਾਜੇ। ਗੁਰੂ ਮਹਾਰਾਜ ਨੇ ਸੁਨੇਹਾ ਭੇਜਿਆ ਰਾਜੇ ਨੂੰ। ਅੱਗੇ ਮਹਿਲਾਂ ਕੋਲੇ ਚਲੇ ਗਏ, ਦਰਬਾਨ ਨੂੰ ਕਹਿੰਦੇ ਵੀ 2 ਸਾਧੂ ਆਏ ਹਿੰਦੁਸਤਾਨ ਤੋਂ, ਰਾਜੇ ਨੂੰ ਮਿਲਣੇ ਨੇ। ਹੁਣ ਰਾਜਾ ਸਾਧੂਆਂ ਦਾ ਸਤਿਕਾਰ ਕਰਦਾ ਸੀ। ਰਾਜਾ ਆ ਰਿਹਾ ਬਾਹਰ। ਗੁਰੂ ਮਹਾਰਾਜ ਠੀਕਰੀਆਂ ਅਤੇ ਚੀਜ਼ਾਂ ਜੋ ਵੀ ਅੱਗੇ ਪਿਆ ਸੀ ਉਹ ਇਕੱਠਾ ਕਰਨਾ ਸ਼ੁਰੂ ਕਰਤਾ। ਰਾਜਾ ਆਇਆ,
ਚਲੋ ਸਤਿਕਾਰ ਕੀਤਾ ਗੁਰੂ ਮਹਾਰਾਜ ਨੇ। ਕਹਿੰਦੇ ਮਹਾਤਮਾ ਜੀ ਆਹ ਕੀ ਇਕੱਠਾ ਕਰ ਰਹੇ ਹੋ? ਕਹਿੰਦੇ ਬਈ ਇੱਥੇ ਪੁੱਛਣਾ ਹੈ ਕਿ ਅੰਦਰ ਜਾ ਕੇ ਪੁੱਛਣਾ ਹੈ? ਕਹਿੰਦੇ ਅੰਦਰ ਹੀ ਆ ਜਾਓ। ਕਿ ਗੁਰੂ ਠੀਕਰੀ ਠੁਕਰੀ ਨਾਲ ਹੀ ਲੱਗ ਜੀ ਇਕੱਠੇ ਕੀਤੇ। ਪੁੱਛਾ ਰਾਜਨ, ਹਾਂ ਰਾਜਨ ਹੁਣ ਪੁੱਛ। ਕਹਿੰਦੇ ਯਾਰ ਤੁਸੀਂ ਗੰਦਮੰਦ ਕਿਉਂ ਇਕੱਠਾ ਕਰੇ, ਕੀ ਕਰਨਾ ਇਹਦਾ? ਗੁਰੂ ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਮਰਨ ਤੋਂ ਬਾਅਦ ਨਾਲ ਲੈ ਕੇ ਜਾਣਾ। ਉਹ ਹੱਸ ਪਿਆ, ਵਾਹ ਮਹਾਤਮਾ ਜੀ ਤੁਹਾਨੂੰ ਅਜੇ ਇੰਨਾ ਵੀ ਨਹੀਂ ਪਤਾ ਕਿ ਮਰਨ ਤੋਂ ਬਾਅਦ ਨਾਲ ਕੁਛ ਨਹੀਂ ਜਾਂਦਾ। ਗੁਰੂ ਮਹਾਰਾਜ ਸੋਚਿਆ ਵੀ ਇਹਨੂੰ ਰਾਜਨ ਗਿਆਨ ਤੇ ਹੈ। ਕਹਿੰਦੇ ਰਾਜਨ ਮਰਨ ਤੋਂ ਬਾਅਦ ਨਾਲ ਕੁਛ ਨਹੀਂ ਜਾਂਦਾ? ਕਹਿੰਦੇ ਨਾ ਜੀ ਕੁਛ ਵੀ ਨਹੀਂ ਜਾਂਦਾ। ਕਹਿੰਦੇ ਰਾਜਨ ਜੇ ਕੁਛ ਨਹੀਂ ਜਾਣਾ ਤੇ ਤੂੰ ਫਿਰ ਇੰਨੇ ਪੈਸੇ ਕਿਉਂ ਇਕੱਠੇ ਕੀਤੇ ਹੋਏ ਨੇ? ਤੂੰ ਬੁਰਾ ਹਾਲ ਕੀਤਾ ਲੋਕਾਂ ਦਾ, ਟੈਕਸ ਲਾ ਲਾ ਕੇ ਤੂੰ ਮੁਰਦਿਆਂ ਦੇ ਮੂੰਹ 'ਚੋਂ ਵੀ ਪੈਸੇ ਕੱਢ ਲਏ। ਇਹ ਜਦੋਂ ਨਾਲ ਨਹੀਂ ਜਾਣੇ ਫਿਰ ਤੂੰ ਕਿਉਂ ਇਕੱਠੇ ਕੀਤੇ ਹੋਏ ਨੇ? ਅਕਲ ਆ ਗਈ। ਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਲੋਕਾਂ ਦਾ ਭਲਾ ਕਰ, ਇਹਨਾਂ ਲਈ ਲੰਗਰ ਲਾ, ਖੁੱਲ੍ਹਾ ਕੰਮ ਚੀਜ਼ ਕਰ, ਤਾਂ ਲੋਕਾਂ ਦਾ ਜਾ ਕੇ ਹਾਲਤ ਠੀਕ ਹੋਣੀ ਸ਼ੁਰੂ ਹੋਈ। ਇਸ ਲਈ 7ਵੇਂ ਪਾਤਸ਼ਾਹ ਤੱਕ ਵੀ ਰੋਮ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਜਾਣਦੇ ਸਨ। ਗੁਰੂ ਨਾਨਕ ਦੇਵ ਨੇ ਹਾਲਾਤ ਹੀ ਬਦਲਦੇ ਜਾ ਕੇ। ਸੋ ਇਸ ਲਈ ਸਮਝਾ ਰਹੇ ਨੇ ਮੈਨੂੰ ਕੋਈ ਤੇਰੇ ਨਾਲ ਦੀ ਕੋਈ ਜਾਣੇ ਹੀ ਨਹੀਂ। ਜੋ ਜਾਣੇ ਤੂੰ ਆਪਣੇ ਕਾਜੈ, ਜਿਹਨੂੰ ਸਮਝਦੇ ਮੇਰੇ ਕੰਮ ਆਊਗਾ। ਸੋ ਸੰਗ ਨਾ ਚੱਲੈ ਤੇਰੇ ਤਸੂਆ, ਉਹਦੇ ਵਿੱਚ ਰਤੀ ਭਰ ਵੀ ਤੇਰੇ ਨਾਲ ਨਹੀਂ ਜਾਣਾ। ਨਾਂਗੋ ਆਇਓ ਨਾਂਗ ਸਿਧਾਸੇ, ਫੇਰ ਫਿਰਿਓ ਹਰ ਕਾਲ ਗ੍ਰਸੂਆ। ਇਹਨੂੰ ਗਰਸੂਆ ਨਹੀਂ ਪੜ੍ਹਨਾ, ਗ੍ਰਸ ਹੁੰਦਾ, ਗ੍ਰਸਤ ਬਣੇ ਗ੍ਰਸੂਆ। ਨਾਂਗੋ ਭਾਵ ਨੰਗਾ, ਇੱਥੇ ਨੰਗੇ ਤੋਂ ਭਾਵ ਹੈ ਵੀ ਖਾਲੀ ਹੱਥ। ਨਾਂਗੋ ਆਇਆ, ਹੇ ਇਨਸਾਨ ਤੂੰ ਇਸ ਸੰਸਾਰ ਦੇ ਵਿੱਚ ਖਾਲੀ ਹੱਥ ਆਏ। ਨਾਂਗ ਸਿਧਾਸੇ, ਸਿਧਾਸੀ ਹੁੰਦਾ ਜਾਣਾ। ਜੇ ਤੂੰ ਖਾਲੀ ਹੱਥੀ ਤੂੰ ਚਲੇ ਜਾਣਾ। ਫੇਰ ਫਿਰਿਓ ਕਾਲ ਗ੍ਰਸੂਆ, ਤੂੰ ਕਹਿੰਦਾ ਜੂਨਾਂ 'ਚ ਚੱਕਰ ਲਾ ਰਿਹਾ ਹੈ ਅਤੇ ਮੌਤ ਦੇ ਮੂੰਹ 'ਚ ਤੂੰ ਫਸਿਆ ਹੋਇਆ ਹੈ। ਮੌਤ ਨੇ ਤੈਨੂੰ ਪਕੜ ਰੱਖਿਆ, ਗਰਸਿਆ ਹੋਇਆ, ਪਕੜਿਆ ਹੋਇਆ ਹੈ। ਪਤਾ ਨਹੀਂ ਕਦੋਂ ਤੇਰੀ ਮੌਤ ਆ ਜਾਣੀ। ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਰਾਜ ਮਾਜ ਤਿਨਹੂ ਲੋ ਹਸੂਆ। ਕੁਸੁੰਭ ਇੱਕ ਤਾਂ ਮਜੀਠ ਹੁੰਦਾ, ਇੱਕ ਹੁੰਦਾ ਕੁਸੁੰਬੜਾ। ਕੁਸੁੰਬੜਿਆਂ ਦਾ ਫੁੱਲ ਹੁੰਦਾ, ਬੜਾ ਲਾਲ ਸੁਰਖ ਸ਼ੋਖ ਹੁੰਦਾ। 12 ਘੰਟੇ ਦੀ ਕੁੱਲ ਉਹਦੀ ਉਮਰ ਹੈ, ਸ਼ਾਨ ਨੂੰ ਮੁਰਝਾ ਜਾਂਦਾ ਹੈ। ਇੱਕ ਮਜੀਠ ਦਾ ਫੁੱਲ ਹੁੰਦਾ ਹੈ, ਉਹਦਾ ਪੱਕਾ ਰੰਗ ਹੁੰਦਾ। ਕੁਸੁੰਬੜੇ ਦਾ ਰੰਗ ਕੱਚਾ ਹੁੰਦਾ ਹੈ। ਮਾਇਆ ਨੂੰ ਵੀ ਕੁਸੁੰਬੜਾ ਕਿਹਾ ਗਿਆ ਗੁਰਬਾਣੀ 'ਚ। ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਕਹਿੰਦੇ ਇਹ ਮਾਇਆ ਜਿਹੜੀ ਹੈ ਇਹਦਾ ਰੰਗ ਕੱਚਾ ਹੈ, ਇਹਦੀ ਕਿ ਲੀਲਾ ਵੇਖ ਤੂੰ ਵੀ ਤਾਂ ਕੱਚੇ। ਮਾਇਆ ਸਦਾ ਤੇਰੇ ਕੋਲ ਨਹੀਂ ਰਹਿਣੀ, ਅੱਜ ਕਿਸੇ ਕੋਲ ਹੈ, ਕੱਲ੍ਹ ਨੂੰ ਕਿਸੇ ਕੋਲ ਹੈ। ਰਾਚ ਮਾਚ ਤਿਨਹੂ ਲੋ ਹਸੂਆ, ਇਹ ਮਾਇਆ ਦੇ ਨਾਲ ਜਿਹੜੇ ਤੂੰ ਚੀਜ਼ਾਂ ਖਰੀਦੀਆਂ ਇਹਨਾਂ ਦੇ ਨਾਲ ਤੂੰ ਰਚ ਵਿੱਚ ਗਿਆ ਹੈ ਅਤੇ ਖੁਸ਼ ਹੈ। ਹਸੂਆ ਹੱਸਦਾ ਭਾਵ ਖੁਸ਼ ਹੈ। ਪਰ ਇਹ ਤਾਂ ਜਿਵੇਂ ਕੁਸੁੰਬੜੇ ਦਾ ਫੁੱਲ ਹੁੰਦਾ ਹੈ, ਰੰਗ ਕੱਚਾ ਹੁੰਦਾ, ਸ਼ਾਮ ਨੂੰ ਮੁਰਝਾ ਜਾਣਾ ਹੈ। ਇਸ ਤਰ੍ਹਾਂ ਜਿਹੜੇ ਤਾਂ ਇਹ ਪਦਾਰਥ ਜਿਹੜੇ ਨੇ ਇਹ ਸਦਾ ਰਹਿਣ ਵਾਲੇ ਨਹੀਂ ਹੈਗੇ। ਛੀਜਤ ਡੋਰ ਦਿਨ ਸਾਰ ਰਹਿਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਛੀਜਤ ਹੁੰਦਾ ਕਮਜ਼ੋਰ ਹੋਣਾ, ਤੇਰੇ ਜੀਵਨ ਦੀ ਡੋਰ ਕਮਜ਼ੋਰ ਹੋ ਰਹੀ ਹੈ, ਛਿਜ ਰਹੀ ਹੈ, ਘਟ ਰਹੀ ਹੈ। ਦਿਨੋਂ ਦਿਨ ਸਾਡੀ ਉਮਰ ਘਟ ਰਹੀ ਹੈ। ਦਿਨ ਸਾਰੇ ਦਿਨ ਕਰਕੇ ਅਤੇ ਰਾਤ ਕਰਕੇ ਸਾਡੀ ਜੀਵਨ ਦੀ ਡੋਰ ਘਟ ਰਹੀ ਹੈ। ਜੀ ਕੋ ਕਾਜ ਨਾ ਕੀਨੋ ਕਛੂ ਹੈ, ਪਰ ਜਿਹੜਾ ਮਨ ਦੇ ਕੰਮ ਆਉਣੇ ਸੀ ਉਹ ਕੰਮ ਨਹੀਂ ਕੀਤਾ। ਜੋ ਕੰਮ ਇਸ ਆਤਮਾ ਦੇ ਕੰਮ ਆਉਣਾ ਉਹ ਤਾਂ ਕੀਤਾ ਹੀ ਨਾ। ਇਸ ਲਈ ਉਮਰ ਦਿਨੋਂ ਦਿਨ ਘਟ ਰਹੀ ਹੈ। ਕਿਸੇ ਦਿਨ ਵੀ ਮੌਤ ਹੋ ਸਕਦੀ ਹੈ। ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ। ਆਤਮਾ ਦੇ ਕੰਮ ਆਉਣੇ ਨਾਮ ਜਪਿਆ ਨਹੀਂ ਹੈਗਾ। ਸੰਸਾਰਿਕ ਪਦਾਰਥ ਇਕੱਠੇ ਕਰਦਾ ਰਿਹਾ। ਕਰਤ ਕਰਤ ਇਵ ਹੀ ਬਿਰਧਾਨੋ ਬਿਰਧ ਹੋ ਗਿਆ ਹੈ। ਇਸ ਤਰ੍ਹਾਂ ਸੰਸਾਰਿਕ ਕੰਮ ਕਰਦਿਆਂ ਬੰਦਾ ਬਿਰਧ ਹੋ ਜਾਂਦਾ, ਬੁੱਢਾ ਹੋ ਜਾਂਦਾ। ਹਾਰਿਓ ਉਕਤੇ ਅਕਲ ਨੂੰ ਕਹਿੰਦੇ ਨੇ। ਅਕਲ ਵੀ ਇਹਦੀ ਜਿਹੜੀ ਹੌਲੀ ਹੌਲੀ ਘਟ ਜਾਂਦੀ ਹੈ।
ਹਲਕਾ ਸਤਰਿਆ ਬਤਰਿਆ ਗਿਆ ਜੀ। ਹੌਲੀ ਹੌਲੀ ਫਿਰ ਯਾਦ ਸ਼ਕਤੀ ਘਟਦੀ ਜਾਂਦੀ। ਅੱਜ ਜਿਹੜੇ ਓਲਡ ਏਜ ਹੋਮ ਖੋਲ੍ਹੇ ਹੋਏ ਨੇ, ਉਹ ਕਦੇ ਉੱਥੇ ਜਾ ਕੇ ਵੇਖੋ ਤੁਸੀਂ। ਅੱਜ ਇੱਕ ਬੱਚਾ ਮੈਨੂੰ ਦੱਸ ਰਿਹਾ ਸੀ, ਕਹਿੰਦਾ ਮੈਂ ਕੱਲ੍ਹ ਇੱਕ ਓਲਡ ਏਜ ਹੋਮ 'ਚ ਗਿਆ ਜੀ। ਕਈ ਵਿਚਾਰਿਆਂ ਦੀ ਇੰਨੀ ਯਾਦ ਸ਼ਕਤੀ ਕਮਜ਼ੋਰ ਸੀ, ਉਹਨਾਂ ਨੇ ਥਾਲੀ 'ਚ ਪਾ ਕੇ ਉਹਨੂੰ ਰੋਟੀ ਦਿੱਤੀ, ਉਹਨਾਂ ਨੇ ਫਰਸ਼ 'ਤੇ ਪੁੱਟੀ ਕਰ ਲਈ, ਫਰਸ਼ 'ਤੇ ਡੋਲ ਕੇ ਉਹਨੂੰ ਖਾ ਰਹੇ ਨੇ ਜੀ। ਸੋਝੀ ਨਹੀਂ ਹੈ। ਘਰ ਦੇ ਜੀਆਂ ਨੇ ਕਿਹਾ ਵੀ ਅਸੀਂ ਕੀ ਕਰੀਏ। ਹੁਣ ਮੰਨ ਲਓ ਬੰਦਾ ਵੀ ਨੌਕਰੀ ਕਰਦਾ ਹੈ, ਘਰ ਵਾਲੀ ਵੀ ਨੌਕਰੀ ਕਰਦੀ ਹੈ, ਅੱਗੋਂ ਬਾਪ ਦੀ ਇਹ ਹਾਲਤ ਹੋ ਗਈ ਹੈ, ਅਗਲਾ ਕਰੇ ਤਾਂ ਕਰੇ ਕੀ। ਅਗਲਾ ਕਦੋਂ ਉੱਥੇ ਛੱਡਿਓ। ਇਹੋ ਜਿਹੇ ਨੇ ਫਿਰ ਓਲਡ ਏਜ ਹੋਮ ਛੱਡ ਆਉਂਦੇ ਨੇ ਵੀ ਇਹੋ ਜਿਹੇ ਦੇ ਕੋਲ ਹਰ ਵਕਤ ਰਹਿਣਾ। ਕੌਣ ਕੋਲ ਰਹੇ ਜੀ। ਸਰਵਿਸ ਵਾਲੇ ਬੰਦੇ ਲਈ ਬੜਾ ਔਖਾ ਹੁੰਦਾ। ਹੌਲੀ ਹੌਲੀ ਇਹੀ ਹਾਲ ਹੋਣਾ। ਪਹਿਲਾਂ ਤਾਂ ਹੁੰਦਾ ਸੀ ਚਲ ਬੰਦਾ ਨੌਕਰੀ ਕਰਦਾ, ਲੇਡੀ ਘਰ ਹੁੰਦੀ ਸੀ, ਕੋਈ ਨਾ ਕੋਈ ਸਾਂਭੀ ਜਾ। ਹੁਣ ਤਾਂ ਦੋਨੋਂ ਜੀ ਜਿਉਂ ਪ੍ਰਾਈਵੇਟ ਹੋਏਗਾ, ਇੱਕ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਹੀ ਨਹੀਂ ਹੋਣਾ। ਤਨਖਾਹਾਂ ਘੱਟ ਜਾਣੀਆਂ ਨੇ। ਜਿਉਂ ਪ੍ਰਾਈਵੇਟ ਹੋ ਗਿਆ 6,000 ਲੈਣੇ, 7,000 ਲੈਣੇ, ਇਹ ਇਸ ਤਰ੍ਹਾਂ ਤਨਖਾਹ ਦਿਆ ਕਰਨੀ। ਕਿਵੇਂ ਘਰ ਦਾ ਗੁਜ਼ਾਰਾ ਹੋਊਗਾ। ਬਾਹਰਲੇ ਦੇਸ਼ਾਂ ਕਿਉਂ ਸਾਰੇ ਕੰਮ ਕਰਦੇ ਨੇ। ਅਸੀਂ ਬੜਾ ਵਡਿਆਉਂਦੇ ਹਾਂ ਜੀ, ਉੱਥੇ ਸਾਰੇ ਕੰਮ ਕਰਦੇ। ਉੱਥੇ ਤਨਖਾਹਾਂ ਹੀ ਘੱਟ ਨੇ, ਇੱਕ ਦੀ ਕਮਾਈ ਨਾਲ ਬਣਦਾ ਹੀ ਕੱਖ ਨਹੀਂ, ਇਸ ਲਈ ਸਾਰਿਆਂ ਨੂੰ ਕੰਮ ਕਰਨਾ ਪੈਂਦਾ। 10 ਸਾਲਾਂ ਤੁਸੀਂ ਦੇਖ ਲਿਓ, ਇੱਥੇ ਹਰ ਇੱਕ ਕੰਮ ਕਰਿਆ ਕਰਕੇ ਤਾਂ ਗੁਜ਼ਾਰਾ ਹੋਏਗਾ। ਹਿੰਦੁਸਤਾਨ 'ਚ ਇਹੀ ਹਾਲ ਹੈ। ਜਿਉਂ ਹੀ ਸਰਕਾਰੀ ਨੌਕਰੀਆਂ ਖਤਮ ਹੋਣਗੀਆਂ, ਤੁਸੀਂ ਤਮਾਸ਼ਾ ਦੇਖੋ ਕੀ ਹਿੰਦੁਸਤਾਨ ਦਾ ਹੁੰਦਾ। ਇੱਥੇ ਆਬਾਦੀ ਜ਼ਿਆਦਾ ਹੈ, ਐਕਸਪਲੋਇਟੇਸ਼ਨ ਹੋਣੀ ਹੈ। ਜਿਵੇਂ ਉੱਥੇ ਜਿਹੜੇ ਪੰਜਾਬੀ ਨੇ ਬਾਹਰਲੇ ਜੇ ਕੈਨੇਡਾ 'ਚ ਹੋ ਰਿਹਾ, ਉਹ ਐਕਸਪਲੋਇਟ ਕਰਦੇ ਨੇ। ਆ ਜਾਂਦੇ ਨਵੇਂ ਬੱਚੇ, ਹੁਣ ਪਤੇ ਬਹੁਤੇ ਆ ਗਏ ਨੇ। ਟੋਰਾਂਟੋ ਦੇ ਵਿੱਚ ਤਾਂ ਬੱਚੇ ਇਸ ਤਰ੍ਹਾਂ ਫਿਰਦੇ ਨੇ ਜਿਵੇਂ ਸਾਡੇ ਸੜਕਾਂ 'ਤੇ ਅਵਾਰਾ ਡੰਗਰ ਫਿਰਦੇ ਨੇ। ਸੜਕ ਅਵਾਰਾ ਡੰਗਰ ਫਿਰਦੇ ਨੇ, ਐਂ ਜਵਾਕ ਉੱਥੇ ਫਿਰਦੇ ਨੇ, ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ। ਕੰਮ ਹੀ ਕੋਈ ਨਹੀਂ, ਕਿੱਥੇ ਦਿਨ ਉਹ। ਇੰਨੀ ਦੁਨੀਆ ਉੱਥੇ ਪਹੁੰਚ ਗਈ ਹੈ। ਫਿਰ ਵਾਲਾ ਕਹਿੰਦਾ ਜੇ ਉਂਝ ਸਰਕਾਰ ਨੇ ਰੱਖਿਆ $12 ਦੇਣੇ 1 ਘੰਟੇ ਦੇ, $3 ਲੈਣੇ ਨੇ। ਵਾਲਾ ਭੁੱਖਾ ਮਰ ਜਾਏਗਾ ਕਿ ਜਾਂ 3 ਹੀ ਦੇ ਦਿਓ ਜੀ। ਚੱਲ ਜਿਹਨੂੰ 3 ਤੇ ਮਿਲੇਗਾ ਉਹਨੇ ਫਿਰ 12 ਕਿਉਂ ਦੇਣੇ ਨੇ। ਇਸ ਤਰ੍ਹਾਂ ਹੋ ਜਾਏਗਾ ਹਾਲਤ ਸਾਡੇ। ਕਿਸੇ ਨੇ ਬੁੱਢੇ ਬਾਢੇ ਨੂੰ ਸਾਂਭਣਾ, ਵਾਲਾ ਕੀ ਕਰੇ। ਆਪਣੇ ਹੀ ਗੁਜ਼ਾਰਾ ਨਹੀਂ ਹੁੰਦਾ, ਉਹ ਬੁੱਢੇ ਨੂੰ ਕੌਣ ਵਾਸਤੇ ਖਰਚਾ ਕਰੇ। ਵਾਲਾ ਉੱਥੇ ਛੱਡੇ। ਆਪਾਂ ਨੇ ਤਿਆਰ ਹੀ ਰਹਿਣੇ, ਬਸ ਕਿਸੇ ਵੇਲੇ ਛੱਡ ਆਉਣਗੇ ਸਾਨੂੰ। ਇਹ ਤਾਂ ਜੇ ਅਸੀਂ ਠੀਕ ਠਾਕ ਹਾਂ ਤਾਂ ਸਾਡੀ ਕੀਮਤ ਹੈ। ਜਿੱਦੇ ਪੈ ਗਏ ਨਾ ਮੰਜੀ ਮੁੰਜੀ 'ਤੇ, ਉੱਦੇ ਪਤਾ ਲੱਗੂ ਕਿਸ ਭਾਅ ਵਿਕਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਕਰਤ ਕਰਤ ਇਹ ਵੀ ਬਿਰਧਾਨੋ। ਇਸ ਤਰ੍ਹਾਂ ਸੰਸਾਰ ਕੰਮ ਧੰਦੇ ਕਰਦੇ ਕਰਦੇ ਬੁੱਢਾ ਹੋ ਗਏ, ਬਿਰਧ ਹੋ ਗਏ, ਹਾਰਿਓ ਉਗਤੇ। ਹੁਣ ਜੇ ਦਿਮਾਗ ਵੀ ਘੱਟ ਕੰਮ ਕਰਦਾ ਹੈ। ਤਨ ਖੀਨ ਸੁਆ, ਤਨ ਖੀਨ ਦਾ ਕਮਜ਼ੋਰ, ਤਨ ਜਿਹੜਾ ਹੈ ਕਮਜ਼ੋਰ ਹੋ ਗਿਆ ਹੈ। ਜਿਉਂ ਮੋਹਿਓ ਉਨ ਮੋਹਨੀ ਬਾਲਾ, ਉਸ 'ਤੇ ਘਟੇ ਨਾਹੀਂ ਰੁਚ ਚਸੂਆ। ਮੋਹਣੀ ਬਾਲਾ ਮਾਇਆ ਨੂੰ ਕਿਹਾ ਹੈ। ਮਾਇਆ ਨੇ ਇਸ ਬੰਦੇ ਨੂੰ ਮੋਹ ਲਿਆ ਹੈ, ਤਾਂ ਹੀ ਇਹ ਹੋਰ 'ਚ ਲੱਗਾ ਹੋਇਆ ਹੈ। ਉਸ 'ਤੇ ਘਟੇ ਨਾਹੀਂ ਰੁਚ ਚਸੂਆ। ਰੁਚ ਮੈਨੇ ਰੁਚੀ, ਚਸੂਆ ਮੈਨੇ ਰਤੀ ਪਰ ਵੀ। ਇਹ ਮਾਇਆ 'ਚੋਂ ਇਹਦੀ ਰਤੀ ਪਰ ਵੀ ਰੁਚੀ ਨਹੀਂ ਘਟਦੀ, ਹੋਰ ਇਕੱਠੀ ਕਰਨ 'ਤੇ ਲੱਗਾ ਹੋਇਆ ਹੈ। ਪਹਿਲਾ ਬੰਦਾ ਸੋਚਦਾ ਗਰੀਬ ਹੈ, ਜੇ ਮੇਰੇ ਕੋਲ ਲੱਖ ਹੋਏ ਨਾ ਬੱਲੇ ਬੱਲੇ। ਉਹ ਜੇ ਲੱਖ ਹੋ ਗਿਆ, ਕੋਈ ਸਕੂਟਰ ਲੈ ਲਿਆ, ਉਹ ਕਈ ਹਜ਼ਾਰ ਦਾ ਸਕੂਟਰ ਆ ਗਿਆ ਹੈ, ਕੋਈ ਆਹ ਲੈ ਲਿਆ ਉਹ ਲੈ ਲਿਆ। ਜਦ ਮੁੱਕ ਵੀ ਗਿਆ ਲੱਖ, ਬਈ ਇਹ ਤਾਂ ਕੁਛ ਨਹੀਂ। ਕਰੋੜ ਹੋਣਾ ਚਾਹੀਦਾ। ਜਦੋਂ ਕਰੋੜ ਹੋ ਗਿਆ ਫਿਰ ਸਟੈਂਡਰਡ ਹਾਈ ਹੋ ਜਾਂਦਾ। ਫਿਰ ਉਹ 6 ਲੱਖ ਦੀ ਕਾਰ ਨਹੀਂ ਲਏਗਾ, ਫਿਰ 18-19 ਲੱਖ ਵਾਲੀ ਕਾਰ ਲਵੇਗਾ ਜੀ। ਆਹ ਕਰ ਉਹ ਕਰ ਚੱਲ। ਇਸ ਲਈ ਜਿਉਂ ਮਾਇਆ ਵੱਧਦੀ ਹੈ ਤਿਉਂ ਇਸ ਦੀ ਤਮੰਨਾ ਵੱਧਦੀ ਹੈ, ਘਟਦੀ ਨਹੀਂ ਹੈਗੀ। ਇਸ ਲਈ ਕਹਿੰਦੇ ਮੋਹ ਲੈਣ ਵਾਲੀ ਮਾਇਆ ਨੇ ਇਸ ਨੂੰ ਮੋਹ ਲਿਆ ਹੈ। ਇਹਦੇ ਵਿੱਚ ਉਹਦੀ ਰਤੀ ਪਰ ਵੀ ਰੁਚੀ ਨਹੀਂ ਘਟਦੀ। ਜਗ ਐਸਾ ਮੋਹਿ ਗੁਰੈ ਦਿਖਾਇਓ, ਤੋ ਸ਼ਰਨ ਪਰਿਓ ਤਜ ਗਰਬਸੂਆ।
ਗੁਰੂ ਨੇ ਮੈਨੂੰ ਸੰਸਾਰ ਦੀ ਇਹ ਹਾਲਤ ਵਿਖਾਈ ਕਿ ਭਾਈ ਸੰਸਾਰ ਦਾ ਆਹ ਹਾਲ ਹੈ। ਕਹਿੰਦੇ ਫਿਰ ਮੈਂ ਕੀ ਕੀਤਾ, ਸਾਰਾ ਗਰਭਸੂਆ ਹੰਕਾਰ ਤਾਜ ਛੱਡ ਕੇ, ਮੈਂ ਸਾਰਾ ਹੰਕਾਰ ਛੱਡ ਕੇ ਤੋ ਸ਼ਰਨ ਪਰਿਓ, ਮੈਂ ਗੁਰੂ ਦੀ ਸ਼ਰਨ 'ਚ ਆ ਗਿਆ ਵੀ ਤੁਸੀਂ ਹੀ ਕਿਰਪਾ ਕਰੋ ਜੀ ਮੇਰੇ 'ਤੇ, ਤੁਸੀਂ ਹੀ ਰੱਖਿਆ ਕਰੋ। ਫਿਰ ਗੁਰੂ ਮਹਾਰਾਜ ਨੇ ਕੀ ਕੀਤਾ, ਮਾਰਗ ਪ੍ਰਭ ਕੋ ਸੰਤ ਬਤਾਇਓ। ਗੁਰੂ ਮਹਾਰਾਜ ਨੇ ਰੱਬ ਦਾ ਰਾਹ ਵਿਖਾਇਆ ਫਿਰ ਕਿ ਭਾਈ ਪਰਮਾਤਮਾ ਦਾ ਆ ਰਸਤਾ ਹੈ, ਇਸ ਰਸਤੇ ਤੂੰ ਤੁਰਨਾ। ਦਿਰੜੀ ਨਾਨਕ ਦਾਸ ਭਗਤ ਹਰ ਜਸੂਆ, ਜਸੂਆ ਮੈਨੇ ਵਡਿਆਈ ਜਸ। ਫਿਰ ਕਹਿੰਦੇ ਕੀ ਕੀਤਾ, ਕਹਿੰਦੇ ਮੈਂ ਫਿਰ ਪਰਮਾਤਮਾ ਦੀ ਭਗਤੀ ਅਤੇ ਪਰਮਾਤਮਾ ਦਾ ਜਸ ਉਹ ਦ੍ਰਿੜ ਕਰ ਲਿਆ। ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰਤੀ, ਪਰਮਾਤਮਾ ਦੀ ਵਡਿਆਈ ਕਰਨੀ ਸ਼ੁਰੂ ਕਰਤੀ, ਕਿਉਂਕਿ ਗੁਰੂ ਨੇ ਮੈਨੂੰ ਰੱਬੀ ਰਾਹ ਵਿਖਾਤਾ ਵੀ ਰੱਬ ਨੂੰ ਮਿਲਣਾ। ਅਤੇ ਰੱਬ ਨੂੰ ਮਿਲਣ ਦਾ ਢੰਗ ਕੀ ਹੈ, ਉਹਦਾ ਨਾਮ ਜਪਣਾ, ਉਹਦੀ ਵਡਿਆਈ ਕਰਨਾ। ਅੱਗੇ ਕਹਿੰਦੇ ਗੌੜੀ ਘਰ ਚੌਥਾ ਮਹਲਾ ਪੰਜਵਾਂ। ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਹੇ ਮੇਰੇ ਪ੍ਰੀਤਮ, ਹੇ ਮੇਰੇ ਪ੍ਰਾਣਾਂ ਦੇ ਆਧਾਰ, ਹੇ ਮੇਰੇ ਪ੍ਰਾਣਾਂ ਦੇ ਆਸਰੇ, ਹੇ ਮੇਰੇ ਪਿਆਰੇ ਪ੍ਰਭੂ, ਤੇਰੇ ਤੋਂ ਬਿਨਾਂ ਮੇਰਾ ਹੋਰ ਕੌਣ ਹੈ। ਜਦੋਂ ਅਸੀਂ ਪਰਮਾਤਮਾ ਇਸ ਅਵਸਥਾ 'ਤੇ ਪਹੁੰਚ ਜਾਏਗੇ ਨਾ, ਫਿਰ ਸਾਡੀ ਕਿਸੇ ਵੇਲੇ ਵੀ ਗੱਲ ਬਣ ਸਕਦੀ ਵੀ ਹੇ ਪਰਮਾਤਮਾ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਤੇਰੇ ਤੋਂ ਬਿਨਾਂ ਮੇਰਾ ਕੌਣ ਹੈ। ਇੱਥੇ ਅਸੀਂ ਪਹੁੰਚਣਾ ਹੈ। ਭਜਨ ਬੰਦਗੀ ਕਰਦੇ ਕਰਦੇ ਇਹ ਅਵਸਥਾ ਪੈਦਾ ਹੋ ਜਾਂਦੀ, ਮਨ ਦੀ ਅਵਸਥਾ ਪੈਦਾ ਹੋ ਜਾਏਗੀ। ਹੇ ਪਰਮਾਤਮਾ, ਤੂੰ ਮੇਰੀ ਜ਼ਿੰਦਗੀ ਦਾ ਆਧਾਰ ਹੈ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ। ਤਾਂ ਹੀ ਪੰਚਮ ਪਾਤਸ਼ਾਹ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਂ। ਪਰਮਾਤਮਾ ਨੇ ਸਭ ਕੁਝ ਬਣਾਇਆ ਹੋਇਆ। ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਅੰਤਰ ਕੀ ਬਿਦ ਤੁਮ ਹੀ ਜਾਨੀ। ਅੰਤਰ ਮੈਨੇ ਹਿਰਦੇ ਦੀ, ਮੇਰੇ ਅੰਦਰ ਦੀ ਵਿਧ ਮੈਨੇ ਹਾਲਤ। ਵਿਧ ਦੇ ਦੋ ਅਰਥ ਨੇ, ਇੱਕ ਦੇ ਵਿਧੀ ਢੰਗ ਤਰੀਕਾ, ਦੂਜੇ ਦੇ ਵਿਧ ਹਾਲਤ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾਂ, ਉਹ ਤੇ ਇੱਥੇ ਹਾਲਤ ਤੋਂ ਭਾਵ ਜੋ ਮੇਰੇ ਦਿਲ ਦੀ ਹਾਲਤ ਹੈ ਨਾ, ਤੁਮ ਹੀ ਜਾਣੀ, ਉਹ ਤੁਸੀਂ ਹੀ ਜਾਣਦੇ ਹੋ। ਤੁਮ ਹੀ ਸੱਜਣ ਸੁਹੇਲੇ, ਤੁਸੀਂ ਮੇਰੇ ਸੱਜਣ ਹੋ। ਸੁਹੇਲੇ ਦਾ ਸੁਖ ਦੇਣ ਵਾਲੇ, ਦੁਹੇਲੇ ਦੁੱਖ ਦੇਣ ਵਾਲੇ, ਸੁਹੇਲੇ ਸੁਖ ਦੇਣ ਵਾਲੇ। ਤੁਸੀਂ ਮੈਨੂੰ ਸੁਖ ਦੇਣ ਵਾਲੇ ਹੋ, ਤੁਸੀਂ ਮੇਰੇ ਸੱਜਣ ਹੋ, ਤੁਸੀਂ ਮੇਰੀ ਮਨ ਦੀ ਹਾਲਤ ਨੂੰ ਜਾਣਦੇ ਹੋ। ਸਰਬ ਸੁਖਾ, ਇਹਨੂੰ ਸੁਖਾ ਪੜ੍ਹਨਾ, ਸੁਖਾ ਨਹੀਂ ਪੜ੍ਹ ਦੇਣਾ। ਸੁੱਖਾਂ ਆਉਂਦੇ ਉਹ ਜੇ ਸੁੱਖਾਂ ਨੂੰ, ਸੁੱਖਾਂ ਨੇ, ਉਹ ਭਾਵ ਹੁੰਦਾ। ਸਰਬ ਸੁਖਾ ਇਹ ਬਹੁਵਚਨ ਹੈ। ਸਰਬ ਸੁਖਾ ਦਾ ਮਤਲਬ ਸਾਰੇ ਸੁੱਖ। ਸਰਬ ਸੁਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗੈ ਅਤੁਲ। ਹੇ ਪਰਮਾਤਮਾ, ਤੂੰ ਅਗੈ ਹੈ, ਤੂੰ ਅਥਾਹ ਹੈ, ਅਤੁਲੇ, ਤੂੰ ਅਤੋਲ ਹੈ, ਪਰ ਤੈਨੂੰ ਤੋਲਿਆ ਨਹੀਂ ਜਾਂਦਾ, ਤੂੰ ਬਹੁਤ ਕੀਮਤੀ ਹੈ। ਸਰਬ ਸੁਖਾ ਮੈਂ ਤੁਝ ਤੇ ਪਾਏ, ਮੈਂ ਸਾਰੇ ਸੁੱਖ ਤੇਰੇ ਤੋਂ ਪ੍ਰਾਪਤ ਕੀਤੇ ਹਨ। ਕਿਉਂਕਿ ਪਰਮਾਤਮਾ ਨੂੰ ਸੁੱਖਾਂ ਦਾ ਦਾਤਾ ਕਿਹਾ ਗਿਆ ਹੈ। ਸਾਰੇ ਸੁੱਖ ਉਸ ਕੋਲ ਨੇ। ਜਿਉਂ ਅਸੀਂ ਉਸ ਦਾ ਨਾਮ ਜਪਦੇ ਹਾਂ, ਸਾਨੂੰ ਉਸ ਤੋਂ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ। ਜੋ ਕੁਛ ਠਾਕਰ ਕਾ ਸੋ ਸੇਵਕ, ਜੋ ਮਾਲਕ ਦਾ ਹੁੰਦਾ ਹੈ ਉਹਦੇ ਸੇਵਕ ਦਾ ਹੁੰਦਾ ਹੈ। ਜਦੋਂ ਅਸੀਂ ਉਹਦੀ ਭਜਨ ਬੰਦਗੀ ਕਰਦੇ ਰਹਾਂਗੇ, ਜੋ ਕੁਛ ਉਹਦੇ ਕੋਲੇ ਹੈ ਸਾਨੂੰ ਉਹ ਆਟੋਮੈਟਿਕਲੀ ਮਿਲਣਾ ਸ਼ੁਰੂ ਹੋ ਜਾਏਗਾ। ਹੁਣ ਪਰਮਾਤਮਾ ਅਮੀਰ ਹੈ, ਤੁਸੀਂ ਗਰੀਬ ਹੋ, ਤੁਸੀਂ ਭਜਨ ਬੰਦਗੀ ਕਰਦੇ ਰਹੋ, ਇੱਕ ਦਿਨ ਪਰਮਾਤਮਾ ਨੂੰ ਅਮੀਰ ਕਰ ਦੇਗਾ। ਜੇ ਉਹ ਗਰੀਬ ਹੁੰਦਾ ਫਿਰ ਨਹੀਂ ਸਾਨੂੰ ਅਮੀਰ ਕਰ ਸਕਦਾ। ਉਹ ਅਮੀਰ ਹੈ। ਗਰੀਬ ਲਈ 10,000 ਰੁਪਇਆ ਬਹੁਤ ਹੁੰਦਾ ਹੈ। 1 ਕਰੋੜਪਤੀ ਲਈ 10,000 ਕਿਸੇ ਨੂੰ ਦੇ ਦੇਣਾ ਕੋਈ ਮਾਮੂਲੀ ਜਿਹੀ ਗੱਲ ਹੈ। ਕੋਈ ਮੁੱਲ ਰੱਬ ਅਰਬਾਂ ਖਰਬਾਂ ਪਤੀ ਉਹਦਾ ਕੀ ਹੈ? ਉਹ ਵਿੱਚ ਸਾਨੂੰ ਕੋਈ ਦੇ ਦਿੰਦਾ ਹੈ, ਚਲ ਸਾਡੀ ਗਰੀਬੀ ਦੂਰ ਹੋ ਜਾਂਦੀ ਹੈ।
ਬਾਣੀ ਪੜ੍ਹੀ ਜੋ, ਨਾਮ ਜਪੀ ਜੋ ਕੁਛ ਪਰਮਾਤਮਾ ਕੋਲੇ ਹੈ ਤੁਹਾਨੂੰ ਆਟੋਮੈਟਿਕਲੀ ਮਿਲਣਾ ਸ਼ੁਰੂ ਹੋ ਜਾਏਗਾ। ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਏਗਾ। ਮਨੁੱਖ ਭਜਨ ਬੰਦਗੀ ਕਰਦਾ ਨਹੀਂ, ਇਸ ਲਈ ਧੱਕੇ ਥੋੜ੍ਹੇ ਜਿਹੇ ਖਾਂਦਾ ਰਹਿੰਦਾ ਹੈ। ਲੋ ਹੁਣ ਮੈਂ ਪੜ੍ਹਾਂਗਾ, ਮੇਰੇ ਮਗਰ ਮਗਰ ਬੋਲੋ। ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਕਵਨ ਹਮਾਰਾ। ਮੇਰੇ ਪ੍ਰੀਤਮ ਪ੍ਰਾਨ ਆਧਾਰਾ, ਮੇਰੇ ਪ੍ਰੀਤਮ ਪ੍ਰਾਨ ਆਧਾਰਾ, अंतर की बिद तुम ही जानी, अंतर की बिद तुम ही जानी, अंतर की बिद तुम ही जानी, अंतर की बिद तुम ही जानी। तुम ही सज्जन सुहेले, तुम ही सज्जन सुहेले, सर्ब सुखा मैं तुझ ते पाए, सर्ब सुखा मैं तुझ ते पाए, सर्ब सुखा मैं तुझ ते पाए, सर्ब सुखा मैं तुझ ते पाए। मेरे ठाकुर अगै अतोले, मेरे ठाकुर अगै अतोले, मेरे ठाकुर अगै अतोले, मेरे ठाकुर अगै अतोले। बरन न साको तुमरे रंगा, गुण निधान सुख दाते। हे सुखां दे दाते, हे गुणां दे खजाने, मैं तेरे रंगां नूं, तेरे कौतकां नूं वर्णन कर ही नहीं सकदा। रंग ते कौतक तो पावे। हे परमात्मा, मैं तेरे ਕੰਮਾਂ ਦਾ, मैं तेरे गुणां ਦਾ, मैं तेरे कौतਕਾਂ ਦਾ वर्णन नहीं कर सकता, क्योंकि तू तो गुणां ਦਾ खजाना है, तू सुख दाता है। अगम, कई बारी मैं कहा ਇਹਨੂੰ ਅਗਮ ਨਹੀਂ ਪੜ੍ਹਨਾ ਹੈ। 99% ਲੋਕ ਕਿਸ ਨੂੰ ਅਗਮ ਪੜ੍ਹਦੇ ਨੇ। ਇੱਕ ਨੇ ਅਗਮ ਕਹਿਤਾ, ਦੂਜੇ ਨੇ ਕਹਿਤਾ, ਤੀਜੇ ਨੇ ਕਹਿਤਾ, ਚੌਥੇ ਨੇ ਕਹਿਤਾ, ਕਿਸੇ ਨੇ ਸੋਚਿਆ ਹੀ ਨਹੀਂ। ਕਿਉਂਕਿ ਅਸੀਂ ਦਿਮਾਗ ਤੋਂ ਬਹੁਤਾ ਕੰਮ ਨਹੀਂ ਲੈਂਦੇ, ਸਾਡੇ ਭੇਡ ਚਾਲ ਦੀ ਆਦਤ ਹੈ। ਮਨੁੱਖ ਜਿਹੜਾ ਹੈ ਭੇਡਾਂ ਬਣਦਾ ਜਾ ਰਿਹਾ ਹੈ। ਨਹੀਂ, ਭੇਡਾਂ ਨਹੀਂ ਅਸੀਂ ਬਣਨਾ, ਅਸੀਂ ਆਪਣੇ ਦਿਮਾਗ ਦੀ ਵਰਤੋਂ ਕਰ ਰਹੇ ਹਾਂ। ਇਹ ਨਹੀਂ ਕਿਸੇ ਨੇ ਕਹਿਤਾ ਅਗਮ ਤੇ ਅਸੀਂ ਵੀ ਅਗਮ 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 ਕਹੀ ਜਾਣਾ ਹੈ। ਅੱਜ ਕੱਲ੍ਹ ਹਰ ਭਾਸ਼ਾ ਦੀ ਡਿਕਸ਼ਨਰੀਆਂ ਮਾਰਕੀਟ 'ਚ ਮਿਲਦੀਆਂ। ਕਿਸੇ ਦੀ ਲੈ ਲਓ, ਕਿਸੇ ਵੀ ਭਾਸ਼ਾ ਦੀ ਡਿਕਸ਼ਨਰੀ ਲੈ ਲਓ, ਡਿਕਸ਼ਨਰੀ ਲੈ ਲਓ, ਉਹ ਤਾਂ ਦੇਖ ਲਓ। ਟਾਈਮ ਚਾਹੀਦਾ, ਪਰ ਮਿਹਨਤ ਕੌਣ ਕਰੇ, ਉਹ ਯਤਨ ਕੌਣ ਕਰੇ, ਉਹਨੂੰ ਦੇਖੇ ਕੌਣ। ਹੁਣ ਮਿਹਨਤ ਵੀ ਤਾਂ ਦਿਨੋਂ ਦਿਨ ਲੋਕ ਘੱਟ ਕਰਦੇ ਜਾਂਦੇ ਨੇ। ਠੂੰ ਠੱਪ 'ਤੇ ਆ ਗਏ ਨੇ ਲੋਕ। ਇਹੀ ਕਾਰਨ ਹੈ ਕਿ ਪੰਜਾਬ ਦਾ ਕੋਈ ਬੰਦਾ ਵੱਡਾ ਅਫਸਰ ਨਹੀਂ ਬਣ ਰਿਹਾ। 600 ਘੱਟ ਤੋਂ ਘੱਟ ਹਰ ਸਾਲ ਆਈਸ ਅਫਸਰ ਬਣਦੇ ਹਨ। 3 ਜਾਂ 4 ਪੰਜਾਬ ਦੇ ਹੁੰਦੇ ਬਸ। 600 'ਚੋਂ 3 ਜਾਂ 4 ਹੁੰਦੇ ਕੁੱਲ। ਕਿਉਂ? ਪੜ੍ਹਦੇ ਹੀ ਨਹੀਂ ਹੈਗੇ। ਮਿਹਨਤ ਤੋਂ ਬਿਨਾਂ ਗੱਲ ਨਹੀਂ ਬਣਦੀ ਹੈਗੀ। ਬਹੁਤੇ ਜਿਹੜੇ ਬੱਚੇ ਨੇ, ਜਿਹੜੇ ਬਹੁਤ ਹੀ ਇੰਟੈਲੀਜੈਂਟ ਨੇ, ਉਹ ਤਾਂ ਕੰਪਨੀ 'ਚ ਚਲੇ ਜਾਂਦੇ ਨੇ। ਔਲਾ ਕਹਿੰਦਾ ਉਹ ਤਾਂ 24 ਲੱਖ 36 ਲੱਖ ਰੁਪਏ ਸਾਲ ਦਾ ਦਿੰਦੇ, ਅਤੇ ਸਰਕਾਰ ਨੇ ਕੀ ਦੇ 50-60 ਹਜ਼ਾਰ ਰੁਪਏ ਦੇ ਦੂਗੀ ਤਨਖਾਹ। ਉਸ ਲਈ ਬੱਚੇ ਜਿਹੜੇ ਬਹੁਤੇ ਇੰਟੈਲੀਜੈਂਟ ਬੱਚੇ ਨੇ ਉਹ ਕੰਪਨੀਆਂ ਚਲੇ ਜਾਂਦੇ ਨੇ। ਕੰਪਨੀ ਤਾਂ ਬਹੁਤ ਪੈਸਾ ਦਿੰਦੀ, 1.5 ਲੱਖ ਮਹੀਨੇ ਦੀ ਸ਼ੁਰੂ ਕਰਦੇ ਆ, 2-2 ਲੱਖ, 2.5 ਲੱਖ, 3-3 ਲੱਖ ਰੁਪਏ ਮਹੀਨੇ ਦੀ ਤਨਖਾਹ ਦਿੰਦੇ ਨੇ ਅਗਲੇ। ਬਾਕੀ ਜਿਹੜਾ ਫਿਰ ਖੋਰ ਮਾਲ ਰਹਿੰਦਾ ਹੈ ਉਹ ਬਾਹਰ ਨੂੰ ਜਾ ਰਿਹਾ ਹੈ। ਇਸ ਲਈ ਗੱਲ ਬਣਦੀ ਨਹੀਂ ਪਈ ਹੈਗੀ। ਕੌਮ ਉਸੇ ਦਾ ਦਬਦਬਾ ਹੈ ਜਿਹਦੇ ਅਫਸਰ ਹੁੰਦੇ ਨੇ। ਯਾਦ ਰੱਖੋ, ਉਸੇ ਕੌਮ ਦਾ ਹੀ ਦਬਦਬਾ ਹੈਗਾ ਜਿਹਨਾਂ ਦਾ ਰਾਜ ਹੈ, ਜਿਹਨਾਂ ਦੇ ਅਫਸਰ ਨੇ। ਕੋਈ ਸਮਾਂ ਸੀ ਪੰਜਾਬ ਦੇ ਅਫਸਰ ਹੀ ਅਫਸਰ ਸਾਰੇ ਹਿੰਦੁਸਤਾਨ 'ਚ ਹੁੰਦੇ ਸਨ। 18% ਹਿੰਦੁਸਤਾਨ ਦੇ 18% ਅਫਸਰ ਜਿਹੜੇ ਇਕੱਲੇ ਪੰਜਾਬ ਦੇ ਹੁੰਦੇ ਸਨ। ਕਿੱਥੇ ਹੁਣ 2% ਵੀ ਨਹੀਂ ਰਹਿ ਗਏ। ਕਿਉਂ?
ਅਸੀਂ ਮਿਹਨਤ ਨਹੀਂ ਕਰਦੇ। ਆਹ ਮੁੰਡੇ ਤਾਂ ਬਸ ਕੁੜੀਆਂ ਮੁੰਡਿਆਂ ਮਗਰ ਅਤੇ ਮੁੰਡੇ ਕੁੜੀਆਂ ਮਗਰ ਫਿਰੀਦੇ ਕਾਲਜਾਂ ਦੇ ਵਿੱਚ ਹਨ। ਜੇ ਪ੍ਰੋਫੈਸਰ ਕੋਈ ਕਹਿੰਦਾ ਤਾਂ ਜਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਹਨ। ਗੱਲ ਕੋਈ ਇਸ ਲਈ ਬਣਦੀ ਨਹੀਂ ਹੈ। ਅਤੇ ਹਰ ਇੱਕ ਚੀਜ਼ ਮਿਹਨਤ ਮੰਗਦੀ ਹੈ। ਹੇ ਪਰਮਾਤਮਾ ਤੂੰ ਅਗੰਮ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ ਗਮ। ਗਮ ਹੁੰਦਾ ਪਹੁੰਚਣਾ। ਆੜਾ ਅੱਗੇ ਲਾ ਕੇ ਵਿਰੋਧੀ ਸ਼ਬਦ ਬਣਾਇਆ ਹੈ, ਆਪੋਜ਼ਿਟ ਵਰਡ ਬਣਿਆ ਗਮ ਦਾ, ਅਗੰਮ, ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਜਿਵੇਂ ਗੋਚਰ ਹੈ ਸ਼ਬਦ, ਗੋਚਰ ਹੁੰਦਾ ਜਿਹੜਾ ਪਕੜ 'ਚ ਆਵੇ। ਆੜਾ ਵਿਰੋਧੀ ਸ਼ਬਦ ਲਾਇਆ ਹੋਇਆ ਅਗੋਚਰ, ਜਿਹੜਾ ਇੰਦਰੀਆਂ ਦੀ ਪਕੜ 'ਚ ਨਾ ਆਵੇ। ਹੇ ਪਰਮਾਤਮਾ ਤੂੰ ਅਗੰਮ ਹੈ, ਤੂੰ ਅਪਹੁੰਚ ਹੈ, ਅਗੋਚਰ ਹੈ, ਤੂੰ ਅਪਕੜ ਹੈ, ਅਵਿਨਾਸ਼ੀ, ਤੂੰ ਅਵਿਨਾਸ਼ੀ ਹੈ, ਸਦਾ ਰਹਿਣ ਵਾਲਾ ਹੈ, ਪੂਰੇ ਗੁਰ ਤੇ ਜਾਤੇ। ਤੇਰਾ ਗਿਆਨ ਪੂਰੇ ਗੁਰੂ ਤੋਂ ਹੁੰਦਾ, ਤੇਰੇ ਬਾਰੇ ਪੂਰੇ ਗੁਰੂ ਤੋਂ ਜਾਣਿਆ ਜਾ ਸਕਦਾ ਹੈ। ਬਰਨ ਨ ਸਾਕੋ ਤੁਮਰੇ ਰੰਗਾ, ਬਰਨ ਨ ਸਾਕੋ ਤੁਮਰੇ ਰੰਗਾ, ਗੁਣ ਨਿਧਾਨ ਸੁਖ ਦਾਤੇ, ਗੁਣ ਨਿਧਾਨ ਸੁਖ ਦਾਤੇ, ਗੁਣ ਨਿਧਾਨ ਸੁਖ ਦਾਤੇ। ਅਗੰਮ ਅਗੋਚਰ ਪ੍ਰਭ ਅਵਿਨਾਸ਼ੀ, ਅਗੰਮ ਅਗੋਚਰ ਪ੍ਰਭ ਅਵਿਨਾਸ਼ੀ, ਪੂਰੇ ਗੁਰ ਤੇ ਜਾਤੇ, ਪੂਰੇ ਗੁਰ ਤੇ ਜਾਤੇ, ਪੂਰੇ ਗੁਰ ਤੇ ਜਾਤੇ, ਪੂਰੇ ਗੁਰ ਤੇ ਜਾਤੇ। ਭ੍ਰਮ ਪਉ ਕਾਟ ਕੀਏ ਨਿਹ ਕੇਵਲ, ਜਬ ਤੇ ਹਉਮੈ ਮਾਰੀ। ਕਹਿੰਦੇ ਜਦੋਂ ਅਸੀਂ ਆਪਣੇ ਅੰਦਰ ਹਉਮੈ ਖਤਮ ਕਰ ਲਈਏ, ਪਰਮਾਤਮਾ ਨੇ ਕੀਤਾ, ਸਾਡੇ ਸਾਰੇ ਭਰਮ ਖਤਮ ਕਰਤੇ, ਭਉ ਡਰ ਖਤਮ ਕਰਤੇ। ਕੀਏ ਨਿਹ ਕੇਵਲ, ਨਿਹ ਕੇਵਲ ਹੁੰਦਾ ਪਵਿੱਤਰ, ਅਤੇ ਸਾਨੂੰ ਪਵਿੱਤਰ ਕਰ ਦਿੱਤਾ। ਕਹਿੰਦੇ ਅਸੀਂ ਆਪਣੇ ਅੰਦਰ ਹਉਮੈ ਖਤਮ ਕਰ ਲਈ, ਪਰਮਾਤਮਾ ਸਾਡੇ ਭਰਮ ਕੱਢਤੇ, ਭਉ ਡਰ ਖਤਮ ਕਰਤੇ, ਸਾਨੂੰ ਪਵਿੱਤਰ ਬਣਾ ਦਿੱਤਾ ਹੈ। ਜਨਮ ਮਰਨ ਕੋ ਚੂਕੋ ਸਹਿਸਾ, ਸਹਿਸਾ ਹੁੰਦਾ ਡਰ। ਸਾਧ ਸੰਗਤ ਦਰਸਾਰੀ, ਸਾਧ ਸੰਗਤ ਦੇ ਦਰਸ਼ਨ ਕਰਾ ਕੇ, ਭਾਵ ਸਾਧ ਸੰਗਤ ਦੇ ਵਿੱਚ ਲਿਆ ਕੇ ਨਾ ਸਾਨੂੰ ਜੰਮਣ ਮਰਨ ਦਾ ਡਰ ਹੀ ਖਤਮ ਕਰਤਾ। ਹੁਣ ਸਾਡੇ ਅੰਦਰ ਡਰ ਹੀ ਖਤਮ ਹੋ ਗਿਆ ਵੀ ਅਸੀਂ ਜੰਮਾਂਗੇ ਅਤੇ ਮਰਾਂਗੇ। ਸਾਨੂੰ ਵਿਸ਼ਵਾਸ ਹੋ ਗਿਆ ਕਿ ਅਸੀਂ ਦੁਬਾਰਾ ਪੈਦਾ ਹੀ ਨਹੀਂ ਹੋਣਾ, ਨਾ ਪੈਦਾ ਹੋਣਾ ਨਾ ਫਿਰ ਮਰਨਾ। ਉਹ ਡਰ ਹੀ ਖਤਮ ਹੋ ਗਿਆ। ਕਿਵੇਂ ਕੀਤਾ? ਸਾਧ ਸੰਗਤ ਦਰਸਾਰੀ, ਸਾਧ ਸੰਗਤ ਦੇ ਦਰਸ਼ਨ ਕਰਾਤੇ, ਭਾਵ ਸਤ ਸੰਗਤ ਸਾਨੂੰ ਲਿਆ ਕੇ ਨਾ ਸਾਡੇ ਦਾ ਜੰਮਣ ਮਰਨ ਦਾ ਸੰਸਾ, ਖਤਰਾ, ਡਰ ਹੀ ਖਤਮ ਕਰ ਦਿੱਤਾ ਹੈ। ਭ੍ਰਮ ਪਉ ਕਾਟ ਕੀਏ ਨਿਹ ਕੇਵਲ, ਭ੍ਰਮ ਪਉ ਕਾਟ ਕੀਏ ਨਿਹ ਕੇਵਲ, ਭ੍ਰਮ ਪਉ ਕਾਟ ਕੀਏ ਨਿਹ ਕੇਵਲ, ਭ੍ਰਮ ਪਉ ਕਾਟ ਕੀਏ ਨਿਹ ਕੇਵਲ। ਜਬ ਤੇ ਹਉਮੈ ਮਾਰੀ, ਜਬ ਤੇ ਹਉਮੈ ਮਾਰੀ, ਜਬ ਤੇ ਹਉਮੈ ਮਾਰੀ, ਜਬ ਤੇ ਹਉਮੈ ਮਾਰੀ। ਜਨਮ ਮਰਨ ਕੋ ਚੂਕੋ ਸਹਿਸਾ, ਜਨਮ ਮਰਨ ਕੋ ਚੂਕੋ ਸਹਿਸਾ, ਜਨਮ ਮਰਨ ਕੋ ਚੂਕੋ ਸਹਿਸਾ, ਜਨਮ ਮਰਨ ਕੋ ਚੂਕੋ ਸਹਿਸਾ। ਸਾਧ ਸੰਗਤ ਦਰਸਾਰੀ, ਸਾਧ ਸੰਗਤ ਦਰਸਾਰੀ, ਸਾਧ ਸੰਗਤ ਦਰਸਾਰੀ, ਸਾਧ ਸੰਗਤ ਦਰਸਾਰੀ। ਚਰਨ ਪੁਖਾਰ ਕਰੋ ਗੁਰ ਸੇਵਾ, ਬਾਹਰ ਜਾਉ ਲਖ ਬਰੀਆ। ਪੁਖਾਰ ਹੁੰਦਾ ਧੋਣਾ। ਮੈਂ ਗੁਰੂ ਦੇ ਚਰਨ ਧੋ ਕੇ ਉਹਨਾਂ ਦੀ ਸੇਵਾ ਕਰਦਾ ਹਾਂ। ਬਾਹਰ ਜਾਉ ਲਖ ਬਰੀਆ, ਲੱਖਾਂ ਵਾਰੀ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਬਾਹਰ ਹੁੰਦਾ ਬਲਿਹਾਰ ਜਾਣਾ, ਬਰੀਆ ਬਣਦਾ ਵਾਰੀ। ਮੈਂ ਲੱਖਾਂ ਵਾਰੀ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਮੈਂ ਉਹਨਾਂ ਦੇ ਚਰਨ ਧੋ ਕੇ ਉਹਨਾਂ ਦੀ ਸੇਵਾ ਕਰਦਾ ਹਾਂ।
ਜਿਹ ਪ੍ਰਸਾਦੇ ਭੋਜਲ ਧਰਿਆ, ਜਨ ਨਾਨਕ ਪ੍ਰਿਯ ਸੰਗ ਮਿਰਿਆ। ਜਿਹ ਪ੍ਰਸਾਦ, ਜਿਹਦੀ ਕਿਰਪਾ ਨਾਲ, ਭਾਵ ਗੁਰੂ ਦੀ ਕਿਰਪਾ ਨਾਲ ਇਹ ਭੋਜਲ ਧਰਿਆ, ਅਸੀਂ ਇਸ ਭਵ ਸਾਗਰ ਨੂੰ ਤਰ ਲਿਆ ਹੈ। ਗੁਰੂ ਦੀ ਕਿਰਪਾ ਨਾਲ ਅਸੀਂ ਇਸ ਭਵ ਸਾਗਰ ਨੂੰ ਤਰ ਲਿਆ ਹੈ। ਜਨ ਨਾਨਕ ਪ੍ਰਿਯ ਸੰਗ ਮਿਰਿਆ। ਪ੍ਰਿਯ ਪਿਆਰਾ ਪਾ ਪਰਮਾਤਮਾ ਸੰਗ ਨਾਲ ਮਿਰਿਆ, ਮੈਨੇ ਮਿਲ ਗਿਆ, ਅਤੇ ਅਸੀਂ ਹੁਣ ਪਰਮਾਤਮਾ ਦੇ ਨਾਲ ਮਿਲ ਗਏ। ਦਾਸ ਨਾਨਕ ਹੁਣ ਪਰਮਾਤਮਾ ਦੇ ਨਾਲ ਮਿਲ ਗਿਆ। ਮਿਰਿਆ ਮੈਨੇ ਮਿਲ ਗਿਆ, ਸੰਗ ਨਾਲ ਪ੍ਰਿਯ ਪਰਮਾਤਮਾ। ਜਿਹ ਪ੍ਰਸਾਦ ਇਹ ਭੋਜਲ ਧਰਿਆ, ਜਿਸ ਦੀ ਕਿਰਪਾ ਨਾਲ, ਭਾਵ ਜਿਸ ਗੁਰੂ ਦੀ ਕਿਰਪਾ ਨਾਲ ਅਸੀਂ ਇਸੇ ਭਵ ਸਾਗਰ ਨੂੰ ਤਰ ਲਿਆ ਹੈ ਅਤੇ ਪਰਮਾਤਮਾ ਦੇ ਨਾਲ ਸਾਡਾ ਮੇਲ ਹੋ ਗਿਆ। ਇਹੋ ਜਿਹੇ ਗੁਰੂ ਦੇ ਮੈਂ ਕਹਿੰਦਾ ਚਰਨ ਧੋਂਦਾ ਹਾਂ, ਗੁਰੂ ਦੀ ਸੇਵਾ ਕਰਦਾ ਹਾਂ, ਮੈਂ ਗੁਰੂ ਦੇ ਲੱਖਾਂ ਵਾਰੀ ਬਲਿਹਾਰ ਜਾਂਦਾ ਹਾਂ। ਚਰਨ ਪਖਾਰ ਕਰੋ ਗੁਰ ਸੇਵਾ, ਚਰਨ ਪਖਾਰ ਕਰੋ ਗੁਰ ਸੇਵਾ। ਬਾਰ ਜਾਉ ਲਖ ਬਰੀਆ, ਬਾਰ ਜਾਉ ਲਖ ਬਰੀਆ। ਜਿਹ ਪ੍ਰਸਾਦੇ ਭੋਜਲ ਧਰਿਆ, ਜਿਹ ਪ੍ਰਸਾਦੇ ਭੋਜਲ ਧਰਿਆ। ਜਨ ਨਾਨਕ ਪ੍ਰਿਯ ਸੰਗ ਮਿਰਿਆ, ਜਨ ਨਾਨਕ ਪ੍ਰਿਯ ਸੰਗ ਮਿਰਿਆ। ਪ੍ਰਿਯ ਸੰਗ ਮਿਰਿਆ, ਜਨ ਨਾਨਕ ਪ੍ਰਿਯ ਸੰਗ ਮਿਰਿਆ। ਗੌੜੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਫਿਰ ਫਰਮਾਨ ਕਰਦੇ ਨੇ, ਤੁਝ ਬਿਨ ਕਵਨ ਰਿਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ। ਹੇ ਪਰਮਾਤਮਾ, ਤੇਰੇ ਤੋਂ ਬਿਨਾਂ ਤੈਨੂੰ ਕੌਣ ਖੁਸ਼ ਕਰ ਸਕਦਾ ਹੈ? ਕਿਉਂਕਿ ਪਰਮਾਤਮਾ ਬਹੁਤ ਵੱਡੀ ਹਸਤੀ ਹੈ। ਉਹਨੂੰ ਖੁਸ਼ ਕਰ ਲਈ ਉਹਦੀ ਸਿਫਤ ਸਲਾਹ ਕਰਨੀ ਪੈਂਦੀ। ਵੀ ਤੇਰੀ ਸਿਫਤ ਸਲਾਹ ਤੋਂ ਬਿਨਾਂ ਤੈਨੂੰ ਕੌਣ ਖੁਸ਼ ਕਰ ਸਕਦਾ ਹੈ? ਉਹ ਆਪਣੀ ਸਿਫਤ ਸਲਾਹ ਸੁਣ ਕੇ ਹੀ ਖੁਸ਼ ਹੁੰਦਾ ਹੈ। ਜਿਵੇਂ ਸ਼ੁਰੂ 'ਚ ਪੜ੍ਹਿਆ, ਮੈਂ ਕਮਾਲ ਹੈ ਯਾਰ, ਫਿਰ ਤਾਂ ਰੱਬ ਸਾਡੇ ਵਰਗੇ ਹੀ ਹੈ। ਅਸੀਂ ਵੀ ਆਪਣੀ ਸਿਫਤ ਸਲਾਹ ਸੁਣ ਕੇ ਖੁਸ਼ ਹੁੰਦੇ ਹਾਂ, ਅਤੇ ਉਹ ਵੀ ਹੁੰਦਾ, ਉਹ ਵੀ ਹੁੰਦਾ। ਅਤੇ ਮੇਰੇ ਖਿਆਲ ਚਮਚਾਗਿਰੀ ਇੱਥੋਂ ਹੀ ਸ਼ੁਰੂ ਹੋਈ। ਰੱਬ ਵੀ ਆਪਣੇ ਚਮਚਿਆਂ 'ਤੇ ਖੁਸ਼ ਹੈ, ਅਤੇ ਆਮ ਅਫਸਰ ਵੀ ਚਮਚਿਆਂ 'ਤੇ ਖੁਸ਼ ਹੈ। ਸਿਰਫ ਇੰਨਾ ਹੈ ਕਿ ਆਮ ਅਫਸਰ ਨੂੰ ਪਤਾ ਨਹੀਂ ਕਿ ਜਿਹੜਾ ਕਰਮਚਾਰੀ ਹੈ ਇਹ ਮੇਰੀ ਝੂਠੀ ਪ੍ਰਸ਼ੰਸਾ ਕਰੇ ਕਿ ਸੱਚੀ ਕਰੇ। ਸਿਰਫ ਪਰਮਾਤਮਾ ਨੂੰ ਪਤਾ ਹੈ। ਪਰ ਉਹ ਕਹਿੰਦਾ ਕੋਈ ਨਹੀਂ, ਸ਼ੁਰੂ 'ਚ ਮੇਰੀ ਜਿਹੜੀ ਪ੍ਰਸ਼ੰਸਾ ਕੀਤੀ ਜਾਂਦੀ ਆਪਣੇ ਸਵਾਰਥ ਲਈ ਕੀਤੀ ਜਾਂਦੀ ਹੈ। ਬਾਣੀ ਕਹਿੰਦੀ ਪਹਿਲਾਂ ਬੰਦਾ ਆਪਣੇ ਸਵਾਰਥ ਲਈ ਭਜਨ ਬੰਦਗੀ ਕਰਦਾ, ਹੌਲੀ ਹੌਲੀ ਫਿਰ ਉਹਨੂੰ ਸੋਝੀ ਆ ਜਾਂਦੀ ਹੈ, ਫਿਰ ਉਹ ਪਰਮਾਤਮਾ ਦੀ ਪ੍ਰਾਪਤੀ ਲਈ ਭਜਨ ਬੰਦਗੀ ਕਰਦਾ। ਪਹਿਲਾਂ ਹਮੇਸ਼ਾ ਸਵਾਰਥ ਲਈ ਹੀ ਕਰਦਾ ਹੈ। ਸੋ ਹਰ ਇਨਸਾਨ ਪਹਿਲਾਂ ਸਵਾਰਥ ਲਈ ਹੀ ਵਡਿਆਈ ਕਰਦਾ ਪਰਮਾਤਮਾ ਦੀ। ਪਰ ਦੇਖੋ ਵਡਿਆਈ 'ਚ ਕਿਆ ਤਾਕਤ ਹੈ। ਅਫਸਰ ਤਾਂ ਇੱਕ ਸਧਾਰਨ ਜਿਹਾ ਜੀਵ ਹੈ, ਉਹਨੂੰ ਖੁਸ਼ ਕਰਨਾ ਕੀ ਔਖਾ ਹੁੰਦਾ ਹੈ। ਰੱਬ ਸੰਸਾਰ ਦੀ ਐਡੀ ਵੱਡੀ ਸ਼ਕਤੀ, ਉਹਨੂੰ ਵੀ ਵਾਹਿਗੁਰੂ 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 ਕਰਦਿਆਂ ਕਰਦਿਆਂ ਖੁਸ਼ ਕਰ ਲੈਂਦੇ। ਬਸ ਪਰਮਾਤਮਾ ਖੁਸ਼ ਹੋ ਗਿਆ, ਬੇੜੇ ਪਾਰ ਨੇ ਬਸ। ਸੋ ਤੁਝ ਬਿਨ ਕਵਣ ਰਿਝਾਵੈ ਤੋਹੀ, ਇੱਥੇ ਭਾਵੈ ਹੈ ਪਰਮਾਤਮਾ ਤੇਰੀ ਸਿਫਤ ਸਲਾਹ ਤੋਂ ਬਿਨਾਂ ਤੈਨੂੰ ਕੌਣ ਖੁਸ਼ ਕਰ ਸਕਦਾ ਹੈ। ਇੱਕੋ ਹੀ ਢੰਗ ਅਸਲ ਖੁਸ਼ ਕਰਨ ਦਾ, ਉਹਦੀ ਸਿਫਤ ਸਲਾਹ ਕਰੋ। ਤੇਰੋ ਰੂਪ ਸਗਲ ਦੇਖ ਮੋਹੇ, ਸਾਰੇ ਤੇਰਾ ਰੂਪ ਵੇਖ ਕੇ ਮੋਹੇ ਜਾਂਦੇ। ਤੂੰ ਇਤਨਾ ਸੁੰਦਰ ਹੈ। ਤਾਂ ਕਿ ਸਤਿਅਮ ਸ਼ਿਵਮ ਸੁੰਦਰਮ, ਪਰਮਾਤਮਾ ਸਤ ਹੈ, ਪਰਮਾਤਮਾ ਗਿਆਨ ਹੈ, ਪਰਮਾਤਮਾ ਸੁੰਦਰ ਹੈ। ਤੇਰੇ ਰੂਪ ਨੂੰ ਵੇਖ ਕੇ ਸਾਰਿਆਂ ਦਾ ਮਨ ਮੋਹਿਆ ਜਾਂਦਾ ਹੈ। ਸੁਰਗ ਪਿਆਲ ਮਿਰਤ ਭੂ ਮੰਡਲ, ਸਰਬ ਸਮਾਨੋ ਏਕ ਹੈ ਉਹੀ। ਸਵਰਗ ਦੇ ਵਿੱਚ ਵੀ ਉਹੀ ਹੈ,
ਪਿਆਲ ਪਤਾਲ ਦੇ ਵਿੱਚ ਵੀ ਉਹੀ ਹੈ, ਮਿਰਤ ਭੂ ਮੰਡਲ ਇਸ ਮਾਤ ਲੋਕ ਦੇ ਵਿੱਚ ਵੀ ਉਹੀ ਹੈ, ਸਰਬ ਸਮਾਨੋ ਇੱਕ ਹੈ, ਸਾਰੇ ਦੇ ਵਿੱਚ ਇੱਕ ਪਰਮਾਤਮਾ ਹੀ ਸਮਾਇਆ ਹੋਇਆ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ, ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਹੈ। ਇਸ ਲਈ ਉਹਨੂੰ ਪੁਰਖ ਕਹਿੰਦੇ ਨੇ। ਪਰਮਾਤਮਾ ਨੇ ਜੋ ਬਣਾਇਆ ਪਰਮਾਤਮਾ ਉਸ ਦੇ ਵਿੱਚ ਬਿਰਾਜਮਾਨ ਹੈ। ਜਿਵੇਂ ਗੁਰੂ ਮਹਾਰਾਜ ਦੀ ਬਾਣੀ ਲਿਖੇ, ਗੁਰੂ ਮਹਾਰਾਜ ਦੇ ਵਿੱਚ ਬਿਰਾਜਮਾਨ ਨੇ। ਕੱਲ੍ਹ ਵੀ ਇੱਕ ਬੀਬੀ ਮੈਨੂੰ ਦੱਸ ਰਹੀ ਸੀ, ਕਹਿੰ ਜੀ ਮੈਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਰਹੀ ਸੀ। ਦਸਮ ਪਾਤਸ਼ਾਹ ਛੋਟੇ ਜਿਹੇ ਬਣ ਕੇ, ਜਿਵੇਂ ਅੰਗੂਠਾ ਕੋਲ ਇੰਨੇ ਕੁ ਬਣ ਕੇ ਉਹ ਲਾਈਨਾਂ ਦੇ ਉੱਤੇ ਤੇ ਫਿਰ ਰਹੇ ਨੇ, ਲਾਈਨ 1 ਇੰਚ ਉੱਚੇ ਨੇ। ਇਸ ਤਰ੍ਹਾਂ ਮੈਂ ਕਿੰਨੀ ਦੇਰ ਕਹਿੰਦਾ ਬਾਣੀ ਪੜ੍ਹਦੇ ਰਹੀ ਹੋ, ਦਸਮ ਪਾਤਸ਼ਾਹ ਉਸੇ ਤਰ੍ਹਾਂ ਉੱਤੇ ਦੇਖੂਗਾ। ਜੋ ਕਹਿੰਦਾ ਮੈਂ ਉਹਨਾਂ ਦੀ ਬਾਣੀ ਪੜ੍ਹ ਕੇ ਅਗਲੇ 'ਤੇ ਗਈ, ਉਹ ਫਿਰ ਅਲੋਪ ਹੋ ਗਏ। ਗੁਰੂ ਮਹਾਰਾਜ ਆਪਣੀ ਬਾਣੀ 'ਚ ਨੇ, ਪਰਮਾਤਮਾ ਆਪਣੇ ਨਾਮ ਵਿੱਚ ਹੈ। ਜੇ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਨਾ, ਪਰਮਾਤਮਾ ਉਸ ਨਾਮ ਦੇ ਵਿੱਚ ਹੀ, ਵਾਹਿਗੁਰੂ ਦੇ ਵਿੱਚ ਹੀ ਪਰਮਾਤਮਾ। ਇਸ ਜਦ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਸਮਝੋ ਤੁਹਾਨੂੰ ਪਰਮਾਤਮਾ ਵੇਖ ਰਿਹਾ ਹੈ। ਜੇ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਸਮਝੋ ਗੁਰੂ ਮਹਾਰਾਜ ਤੁਹਾਨੂੰ ਵੇਖ ਰਹੇ ਨੇ, ਸੁਣ ਵੀ ਰਹੇ ਨੇ। ਸੁਣ ਵੀ ਰਹੇ ਨੇ ਇਹ ਕੀ ਬੋਲ ਰਿਹਾ ਹੈ, ਵੇਖ ਵੀ ਰਹੇ ਨੇ ਕਿਵੇਂ ਬੈਠਾ ਹੈ, ਗੋਡੇ ਇਕੱਠੇ ਕਰਕੇ ਬੈਠਾ ਹੈ, ਕਿਵੇਂ ਬੈਠਾ ਹੈ, ਕਿਸ ਇੱਕ ਤਾਂ ਠੀਕ ਹੈ ਗੋਡੇ ਕੰਮ ਨਹੀਂ ਕਰਦੇ, ਆਪਾਂ ਕਦੇ ਇਸ ਤਰ੍ਹਾਂ ਕਰ ਲਏ, ਮਜਬੂਰੀ ਹੈ। ਉਹ ਤਾਂ ਗੁਰੂ ਮਹਾਰਾਜ ਨੂੰ ਪਤਾ ਹੈ ਵੀ ਮੇਰੇ ਸਿੱਖ ਦੇ ਗੋਡੇ ਕੰਮ ਨਹੀਂ ਕਰਦੇ, ਵਿਚਾਰਾ ਕੀ ਕਰੇ। ਇੱਕ ਚੰਗਾ ਭਲਾ ਹੈਗਾ, ਉਹਨੂੰ ਫਿਰ ਥੋੜ੍ਹਾ ਸਾਵਧਾਨ ਹੋ ਕੇ ਬਹਿਣਾ ਚਾਹੀਦਾ। ਜਦ ਪਾਠ ਕਰੋ ਐਂ ਸਮਝੋ ਗੁਰੂ ਮਹਾਰਾਜ ਹਾਜ਼ਰ ਨੇ। ਅਤੇ ਜਦੋਂ ਸਾਡਾ ਕੋਈ ਪਾਠ ਸੁਣ ਰਿਹਾ ਹੋਵੇ, ਅਸੀਂ ਵੈਸੇ ਹੀ ਸਾਵਧਾਨ ਹੋ ਜਾਂਦੇ। ਸਾਨੂੰ ਉਹ ਦਿਸਦੇ ਨਹੀਂ, ਇਸ ਲਈ ਸਮਝਦੇ ਹਾਂ ਸਾਨੂੰ ਕੋਈ ਨਹੀਂ ਵੇਖ ਰਿਹਾ, ਸਾਨੂੰ ਕੋਈ ਨਹੀਂ ਸੁਣ ਰਿਹਾ। ਬੜੇ ਸਾਲਾਂ ਦੀ ਗੱਲ ਹੈ, ਇੱਕ ਨੇ ਆ ਕੇ ਮੈਨੂੰ ਕਿਹਾ, ਬਾਬਾ ਜੀ ਘਰ ਦੇ ਸਾਰੇ ਜੀਅ ਸੁੱਤੇ ਸਨ, 12 ਤੋਂ 2 ਮੇਰੀ ਰੌਲ ਸੀ, ਸੁਣਦਾ ਕੋਈ ਰਿਹਾ ਨਹੀਂ ਸੀ। ਮੈਂ ਭਾਈ ਤੈਨੂੰ ਮੈਂ ਭੁਲੇਖਾ ਵੀ ਕੋਈ ਸੁਣ ਨਹੀਂ ਸੀ ਰਿਹਾ। ਕਹਿੰਦੇ ਨਾ ਜੀ ਸਾਰੇ ਸੁੱਤੇ ਹੋਏ ਸਨ। ਮੈਂ ਨਹੀਂ, ਜਿਹਦੀ ਤੂੰ ਬਾਣੀ ਪੜ੍ਹ ਰਿਹਾ ਸੀ ਉਹ ਤੈਨੂੰ ਸੁਣ ਰਿਹਾ, ਨਾਲੇ ਵੇਖ ਰਿਹਾ ਸੀ। ਹੁਣ ਆਪਾਂ ਤਾਂ ਗੁਰੂ ਮਹਾਰਾਜ ਸੁਣਾਉਣੀ ਹੈ, ਕੋਈ ਫਾਇਦਾ ਉਠਾ ਕੇ ਨਹੀਂ ਨਾ ਸਹੀ। ਜੇ ਤੁਸੀਂ ਬਾਣੀ ਪੜ੍ਹਿਆ ਸੀ, ਮੈਂ ਤਾਂ ਗੁਰੂ ਮਹਾਰਾਜ ਸੁਣਾ ਰਿਹਾ, ਘਰ ਦਾ ਕੋਈ ਜੀ ਬੈਠਾ ਸੁਣ ਲੇਗਾ, ਨਹੀਂ ਤਾਂ ਸਮਝੋ ਮੈਂ ਤਾਂ ਗੁਰੂ ਮਹਾਰਾਜ ਸੁਣਾ ਰਿਹਾ। ਅਤੇ ਜਦ ਤੁਸੀਂ ਗੁਰੂ ਮਹਾਰਾਜ ਸੁਣਾਉਣ ਲੱਗੋਗੇ ਨਾ, ਸਾਵਧਾਨ ਹੋ ਜਾਓ। ਪਹਿਲਾਂ ਤੁਹਾਡਾ ਹੌਸਲਾ ਹੀ ਨਹੀਂ ਪੈਣਾ ਵੀ ਹੈ ਗੁਰੂ ਮਹਾਰਾਜ ਸੁਣਾਉਣਾ। ਮੈਂ ਕਿਤੇ ਸੱਚੀ ਗੁਰੂ ਮਹਾਰਾਜ ਬੈਠੇ ਹੋਣ ਅਤੇ ਮੈਂ ਕਿਸੇ ਪਾਠੀ ਨੂੰ ਕਰੀ ਜਰਾ ਪਾਠ, ਮੇਰਾ ਖਿਆਲ ਬਹੁਤ ਹੀ ਔਖਾ ਹੋ ਜਾਏਗਾ ਵੀ ਹੈ ਗੁਰੂ ਮਹਾਰਾਜ ਹੈ। ਉਹ ਬੜਾ ਔਖਾ ਹੋਏਗਾ ਉਸ ਵੇਲੇ ਪਾਠ ਕਰਨਾ ਵੀ ਗੁਰੂ ਮਹਾਰਾਜ ਬੈਠੇ ਨੇ। ਵੱਡਾ ਵੀ ਹੋ ਸਕਦਾ ਥੋੜ੍ਹਾ ਜਿਹਾ ਹੋ ਜਾਵੇ। ਸੋ ਇਸ ਲਈ ਅਭਿਆਸ ਕਰਨਾ ਹੈ। ਅਭਿਆਸ ਕਰਦਿਆਂ ਇੱਕ ਦਿਨ ਇਹ ਸੱਚ ਹੋ ਜਾਂਦਾ ਹੈ, ਇੱਕ ਦਿਨ ਸੱਚ ਹੋ ਜਾਂਦਾ। ਅਤੇ ਜੇ ਤੁਹਾਡੇ ਸਾਹਮਣੇ ਬੈਠੇ ਦਿਸਣਗੇ ਨਾ, ਫਿਰ ਤੁਹਾਨੂੰ ਓਹੋ ਇਹ ਤਾਂ ਵਾਕਈ ਵੇਖ ਰਹੇ ਨੇ, ਤਾਂ ਬੈਠੇ ਨੇ, ਤਾਂ ਸੁਣ ਰਹੇ ਨੇ, ਇਹ ਸੁਣ ਰਹੇ। ਪਰਸੋਂ ਚੌਥੇ ਆਪਾਂ ਗਾ ਰਹੇ ਸੀ, ਪੰਚਮ ਪਾਤਸ਼ਾਹ ਪੂਰਾ ਸ਼ਬਦ ਸੁਣ ਕੇ ਗਏ। ਪੰਚਮ ਪਾਤਸ਼ਾਹ ਪੂਰੇ ਦਾ ਪੂਰਾ ਸ਼ਬਦ ਸੁਣ ਕੇ ਗਏ। ਅਸੀਂ ਕਿਉਂ ਸਾਰੀ ਸੰਗਤ ਗਾ ਰਹੀ ਸੀ ਜੀ, ਇੱਕ ਇਕੱਲਾ ਗਾ ਰਿਹਾ ਕਿ ਸਾਰੀ ਸੰਗਤ ਗਾ ਰਹੀ ਹੈ, ਬੜਾ ਫਰਕ ਹੁੰਦਾ ਹੈਗਾ। ਸੋ ਗੁਰੂ ਮਹਾਰਾਜ ਕਹਿੰਦੇ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕ ਹੈ ਹੋਏ। ਸਵਰਗ ਦੇ ਵਿੱਚ ਵੀ ਉਹੀ ਹੈ, ਪਤਾਲ ਦੇ ਵਿੱਚ ਵੀ ਉਹੀ ਹੈ, ਮਾਤ ਲੋਕ ਦੇ ਵਿੱਚ ਵੀ ਹੈ, ਸਾਰੇ ਮੰਡਲਾਂ 'ਚ ਵੀ ਉਹੀ ਹੈ, ਸਭ ਦੇ ਵਿੱਚ ਉਹੀ ਸਮਾਇਆ ਹੋਇਆ ਹੈ। ਸ਼ਿਵ ਸ਼ਿਵ ਕਰਤ ਸਗਲ ਕਰ ਜੋਰੈਂ, ਸਰਬ ਮਿਆ ਠਾਕਰ ਤੇਰੀ ਦੋਹੀ। ਸ਼ਿਵ ਸ਼ਿਵ, ਸ਼ਿਵ ਦਾ ਸ਼ਬਦੀ ਅਰਥ ਹੈ ਸੁਖ ਦਾਤਾ। ਹੈ ਪਰਮਾਤਮਾ ਤੂੰ ਸੁਖ ਦਾਤਾ ਹੈ, ਤੂੰ ਸੁਖ ਦਾਤਾ ਹੈ। ਸਾਰੇ ਇਸ ਤਰ੍ਹਾਂ ਕਰਦੇ ਨੇ, ਆਪਣੇ ਹੱਥ ਜੋੜੇ ਹੋਏ ਨੇ। ਸਗਲ ਕਰ ਜੋਰੈਂ, ਕਰ ਮੈਨੇ ਹੱਥ, ਜੋਰੈਂ ਮੈਨੇ ਜੋੜਦੇ ਹਨ। ਇਹ ਪਰਮਾਤਮਾ ਸਾਰੇ ਤੇਰੇ ਅੱਗੇ ਹੱਥ ਜੋੜਦੇ ਨੇ ਅਤੇ ਤੂੰ ਕਰੇ, ਤੈਨੂੰ ਕਹਿੰਦੇ ਹੈ ਪਰਮਾਤਮਾ ਤੂੰ ਸੁਖ ਦਾਤਾ ਹੈ, ਤੂੰ ਸੁਖ ਦਾਤਾ। ਸਰਬ ਮਿਆ, ਸਾਰੇ ਤੇਰੀ ਕਿਰਪਾ ਹੈ, ਮੈਂ ਮੈਨੇ ਕਿਰਪਾ। ਹੈ ਠਾਕੁਰ, ਹੈ ਪਰਮਾਤਮਾ
ਸਾਰੇ ਤੇ ਤੇਰੀ ਕਿਰਪਾ ਹੈ, ਤੇਰੀ ਦੋਹੀ ਤੇ ਸਾਰੇ ਤੇਰੇ ਢੰਡੋਰਾ ਪੁੱਟਦੇ ਨੇ, ਭਾਵ ਸਾਰੇ ਤੇਰੀ ਹੀ ਵਡਿਆਈ ਕਰਦੇ ਹਨ। ਇਹ ਤੇ ਦੋਹੀ ਤੋਂ ਭਾਵ ਹੈ ਵਡਿਆਈ ਹਨ। ਸੋ ਸਾਰੇ ਤੇਰੀ ਵਡਿਆਈ ਕਰਦੇ ਨੇ, ਸਾਰਿਆਂ 'ਤੇ ਤੇਰੀ ਕਿਰਪਾ ਹੈ, ਸਾਰੇ ਹੱਥ ਜੋੜ ਕੇ ਤੇਰੇ ਅੱਗੇ ਖਲੋਤੇ ਰਹੇ ਤੇ ਤੇਰੇ ਅੱਗੇ ਨਮਸਕਾਰਾਂ ਕਰ ਰਹੇ ਹਨ। ਪਤਿਤ ਪਾਵਨ ਠਾਕੁਰ ਨਾਮ ਤੁਮਰਾ, ਸੁਖਦਾਈ ਨਿਰਮਲ ਸੀਤਲੋਹਿ। हे ਪ੍ਰਮਾਤਮਾ ਤੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਪਤਿਤ ਪਾਵਨ ਠਾਕੁਰ ਨਾਮ ਤੁਮਰਾ, हे ਪ੍ਰਮਾਤਮਾ ਤੁਹਾਡਾ ਨਾਂ ਕੀ ਹੈ? ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਸੁਖਦਾਈ ਤੂੰ ਸੁਖ ਦੇਣ ਵਾਲਾ ਹੈ, ਨਿਰਮਲ ਤੂੰ ਪਵਿੱਤਰ ਹੈ, ਸੀਤਲੋਹੀ ਤੂੰ ਸੀਤਲ ਹੈ, ਤੂੰ ਸ਼ਾਂਤ ਰਹਿਣ ਵਾਲਾ ਹੈ। ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸਿਓ ਗਾਲ ਗਲੋਹੀ। ਇਹ ਤੇ ਗਾਲ ਤੋਂ ਪਾ ਗੱਲ ਹੈ, ਕੋਈ ਗਾਲ ਨਹੀਂ ਸਮਝ ਲੈਣਾ ਹੈ। ਸੰਤਾਂ ਦੇ ਤੇਰੇ ਸੰਤਾਂ ਨਾਲ ਗੱਲਾਂ ਬਾਤਾਂ ਕਰਨਾ, ਵਿਚਾਰ ਵਟਾਂਦਰਾ ਕਰਨਾ। ਸੰਤਾਂ ਦੇ ਨਾਲ ਜਾ ਕੇ ਧਰਮ ਦਾ ਵਿਚਾਰ ਵਟਾਂਦਰਾ ਕਰੀਦਾ ਹੁੰਦਾ, ਸੰਸਾਰ ਗੱਲਾਂ ਨਹੀਂ ਕਰੀਦੇ ਸਾਧੂਆਂ ਕੋਲ ਜਾ ਕੇ। ਹਾਂ ਕੋਈ ਸਮੱਸਿਆ ਹੈ ਉਹ ਤਾਂ ਠੀਕ ਹੈ, ਆਪਣਾ ਹੱਲ ਪੁੱਛ ਲਓ ਉਹਨਾਂ ਤੋਂ, ਨਹੀਂ ਤਾਂ ਸਾਧੂਆਂ ਨਾਲ ਜਾ ਕੇ ਗਿਆਨ ਗੋਸ਼ਟੀ ਕੀਤੀ ਜਾਂਦੀ ਹੈ। ਕਿ ਜਿਹੜਾ ਤੇਰੇ ਸੰਤਾਂ ਦੇ ਨਾਲ ਵਿਚਾਰ ਵਟਾਂਦਰਾ ਕਰਦਾ ਹੈ, ਤੇਰੇ ਸੰਤਾਂ ਦੇ ਨਾਲ ਰਲ ਕੇ ਤੇਰੀ ਵਡਿਆਈ ਕਰਦਾ ਹੈ, ਉਹਨੂੰ ਕਹੇ ਤੂੰ ਗਿਆਨ ਬਖਸ਼ਦਾ ਹੈ। ਧਿਆਨ, ਉਹਨੂੰ ਤਾਂ ਆਪਣਾ ਧਿਆਨ ਬਖਸ਼ਦਾ ਹੈ, ਉਹਦੀ ਸਮਾਧੀ ਲੱਗ ਜਾਂਦੀ ਹੈ, ਉਹਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ, ਉਹਨੂੰ ਵਡਿਆਈ ਮਿਲਦੀ ਹੈ। ਜਿਹੜਾ ਤੇਰੇ ਸੰਤਾਂ ਦੇ ਨਾਲ ਰਲ ਕੇ ਕਿ ਤੇਰੀ ਸਿਫਤ ਸਲਾਹ ਕਰਦਾ ਹੈ। ਗੌੜੀ ਮਹਿਲਾ ਪੰਜਵਾਂ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ। हे ਪ੍ਰਮਾਤਮਾ ਸਾਰਾ ਕੁਝ ਤੇਰਾ ਕੀਤਾ ਹੀ ਹੁੰਦਾ ਹੈ। ਪ੍ਰਭ ਕੀਆ ਤੁਮਾਰਾ ਥੀਆ, हे ਪ੍ਰਮਾਤਮਾ ਤੇਰਾ ਕੀਤਾ ਹੀ ਸਭ ਕੁਛ ਹੁੰਦਾ ਹੈ, ਜੋ ਤੂੰ ਕਰਦਾ ਉਹੀ ਹੁੰਦਾ ਹੈ। ਇਸ ਲਈ ਮਿਲੋ ਪਿਆਰੇ ਜੀਆ, हे ਪਿਆਰੇ ਪ੍ਰਮਾਤਮਾ ਸਾਨੂੰ ਮਿਲੋ। हे ਪਿਆਰੇ ਪ੍ਰਮਾਤਮਾ ਤੁਸੀਂ ਸਾਨੂੰ ਮਿਲੋ, ਤੁਹਾਡਾ ਕੀਤਾ ਹੋਈ ਸਾਰਾ ਕੁਛ ਹੁੰਦਾ। ਮਿਲੋ ਪਿਆਰੇ ਜੀਆ, ਮਿਲੋ ਪਿਆਰੇ ਜੀਆ, ਮਿਲੋ ਪਿਆਰੇ ਜੀਆ, ਮਿਲੋ ਪਿਆਰੇ ਜੀਆ। ਪ੍ਰਭ ਕੀਆ ਤੁਮਾਰਾ ਥੀਆ, ਪ੍ਰਭ ਕੀਆ ਤੁਮਾਰਾ ਥੀਆ, ਪ੍ਰਭ ਕੀਆ ਤੁਮਾਰਾ ਥੀਆ, ਪ੍ਰਭ ਕੀਆ ਤੁਮਾਰਾ ਥੀਆ। ਅਨੇਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰ ਬਹੁਰ ਦੁੱਖ ਪਾਇਆ। ਮੈਂ ਅਨੇਕਾਂ ਜੂਨੀਆਂ 'ਚ ਭਟਕਦਾ ਰਿਹਾ, ਬਹੁਰ ਬੋਲਦਾ ਅਗੇਨ ਐਂਡ ਅਗੇਨ, ਵਾਰੀ ਵਾਰੀ ਦੁੱਖ ਪਾਇਆ। ਕਿ ਜਿੱਥੇ ਜਨਮ ਹੈ ਉੱਥੇ ਦੁੱਖ ਜ਼ਰੂਰ ਹੁੰਦਾ ਹੈ। ਅਨੇਕਾਂ ਜੂਨੀਆਂ 'ਚ ਮੈਂ ਭਟਕਦਾ ਰਿਹਾ, ਵਾਰੀ ਵਾਰੀ ਦੁੱਖ ਮੈਂ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਹੈ। हे ਪ੍ਰਮਾਤਮਾ ਤੇਰੀ ਕਿਰਪਾ ਨਾਲ ਮੈਨੂੰ ਮਨੁੱਖਾ ਜੀਵਨ ਮਿਲ ਗਿਆ ਹੈ, ਹੁਣ ਆਪਣੇ ਦਰਸ਼ਨ ਦਿਓ। ਮੈਂ ਬੜੀਆਂ ਜੂਨੀਆਂ 'ਚ ਭਟਕਿਆ, ਬੜੇ ਮੈਂ ਦੁੱਖ ਪਾਏ ਨੇ, ਹੁਣ ਤੇਰੀ ਕਿਰਪਾ ਨਾਲ ਮੈਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਗਈ ਹੈ, ਦੇਹੋ ਦਰਸ ਹਰ ਹੈ। हे ਪ੍ਰਮਾਤਮਾ ਹੁਣ ਆਪਣੇ ਤੁਸੀਂ ਮੈਨੂੰ ਦਰਸ਼ਨ ਦਿਓ। ਅਨੇਕ ਜਨਮ ਬਹੁ ਜੋਨੀ ਭ੍ਰਮਿਆ, ਅਨੇਕ ਜਨਮ ਬਹੁ ਜੋਨੀ ਭ੍ਰਮਿਆ, ਅਨੇਕ ਜਨਮ ਬਹੁ ਜੋਨੀ ਭ੍ਰਮਿਆ, ਅਨੇਕ ਜਨਮ ਬਹੁ ਜੋਨੀ ਭ੍ਰਮਿਆ। ਬਹੁਰ ਬਹੁਰ ਦੁਖ ਪਾਇਆ, ਬਹੁਰ ਬਹੁਰ ਦੁਖ ਪਾਇਆ, ਬਹੁਰ ਬਹੁਰ ਦੁਖ ਪਾਇਆ, ਬਹੁਰ ਬਹੁਰ ਦੁਖ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਦੇਹੋ ਦਰਸ ਹਰ ਰਾਇਆ, ਦੇਹੋ ਦਰਸ ਹਰ ਰਾਇਆ, ਦੇਹੋ ਦਰਸ ਹਰ ਰਾਇਆ, ਦੇਹੋ ਦਰਸ ਹਰ ਰਾਇਆ। ਸੋ ਇਸ ਤਰ੍ਹਾਂ ਬੇਨਤੀ ਕਰਦੇ ਰਹਿਣਾ ਵੀ ਸੱਚੇ ਪਾਤਸ਼ਾਹ ਦਰਸ਼ਨ ਦਿਓ। ਨਾਮ ਜਪੀ ਜਾਣਾ
ਤੇ ਬੇਨਤੀ ਕਰੀ ਜਾਣੀ। ਤੇ ਆਪਾਂ ਬੇਨਤੀ ਕਰਦੇ ਰਹੀਏ ਕਦੇ ਤਾਂ ਸੁਣੀ ਜਾਊ, ਕਦੇ ਤਾਂ ਸੁਣੀ ਜਾਏਗੀ। ਲੱਗੇ ਰਹੀਦਾ ਬਸ ਅਜ ਤਾਂ ਸ਼ੁਭ ਕਰਮ ਕਰੀ ਜਾਣੇ, ਨਾਮ ਜਪੀ ਜਾਣੇ, ਬੇਨਤੀ ਕਰੀ ਜਾਣੇ, ਆਪੇ ਪਰਮਾਤਮਾ ਕਿਰਪਾ ਕਰ ਦੇਗਾ। ਸਤਿਕਾਰਯੋਗ ਸਾਧ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।